ਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ। ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਵੱਡਾ ਕਰ ਸਾਲਾਹੀਆ। ਜਿਸ ਵਿੱਚ ਵੱਡੀਆਂ ਵਡਿਆਈਆਂ। ਸ਼ਹਿ ਮੇਲੇ ਤਾਂ ਨਦਰੀ ਆਈਆਂ। ਜਾਂ ਤਿਸ ਭਾਣਾ ਤਾਂ ਮਨ ਵਸਿਆ। ਜਾਂ ਤਿਸ ਭਾਣਾ ਤਾਂ ਮਨ ਵਸਾਈਆ। ਕਰ ਹੁਕਮ ਮਸਤਕ ਹੱਥ ਧਰ। ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸ਼ਹਿ ਤੁਠੈ ਨੌ ਨਿਧ ਪਾਈਆਂ। ਸ਼ਹਿ ਤੁਠੇ ਨੌ ਨਿਧ ਪਾਈਆਂ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ। ਸ਼ਬਦ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੱਜ ਦੇ ਜੋ ਐਤਵਾਰ ਦੇ ਵਿਸ਼ੇਸ਼ ਦੀਵਾਨ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸਜੇ ਹਨ, ਜਿਨ੍ਹਾਂ ਵਿੱਚ ਸਤਿਕਾਰਯੋਗ ਭੈਣਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੜੇ ਪਿਆਰ ਨਾਲ ਸੰਗਤੀ ਰੂਪ ਦੇ ਵਿੱਚ ਸਰਵਣ ਕਰਵਾਏ ਗਏ। ਉਸ ਤੋਂ ਬਾਅਦ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਤਿਕਾਰਯੋਗ ਸਾਡੀਆਂ ਭੈਣਾਂ ਪਿਆਰੀਆਂ ਬੱਚੀਆਂ ਨੇ ਬੜੇ ਪਿਆਰ ਨਾਲ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ।
ਉਸ ਤੋਂ ਬਾਅਦ ਆਪ ਜੀਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਆਸਾ ਦੀ ਵਾਰ ਉਹਦੇ ਵਿੱਚੋਂ 18ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ, ਜਿਸ ਨੂੰ ਆਧਾਰ ਬਣਾ ਕੇ ਦਾਸ ਨੇ ਆਪ ਜੀ ਦੇ ਨਾਲ ਅੱਜ ਦੀਆਂ ਗੁਰਮਤਿ ਵਿਚਾਰਾਂ ਕਰਨੀਆਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਨ ਤੇ ਆਪ ਸੰਗਤਾਂ ਅਸੀਸ ਬਖਸ਼ੋ, ਤਾਂ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਪ ਹੀ ਸਤਿਗੁਰੂ ਮਤ ਬੁੱਧ ਬਖਸ਼ਿਸ਼ ਕਰਕੇ ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਾਂ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਅਸੀਸ ਬਖਸ਼ਿਸ਼ ਕਰੋ ਤੇ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ 18ਵੀਂ ਪੌੜੀ ਦੇ ਵਿੱਚ ਮੇਰੇ ਸਾਹਿਬ ਕਹਿੰਦੇ ਨੇ ਆਪਣੇ ਗੁਰੂ ਦੀ ਸਿਫਤ ਸਲਾਹ ਵਡਿਆਈ ਕਰਨੀ ਚਾਹੀਦੀ ਹੈ ਤੇ ਆਪਣੇ ਗੁਰੂ ਨੂੰ ਵੱਡਾ ਕਹਿਣਾ ਚਾਹੀਦਾ ਹੈ। ਕਿਉਂ ਕਹਿਣਾ ਚਾਹੀਦਾ ਹੈ? ਕਿਉਂਕਿ ਉਹਦੇ ਵਿੱਚ ਗੁਣ ਹੀ ਇੰਨੇ ਹਨ, ਗੁਣਾਂ ਨਾਲ ਭਰਪੂਰ ਹੈ। ਤੇ ਮਾਲਕ ਜਦੋਂ ਅਕਾਲ ਪੁਰਖ ਕਿਰਪਾ ਕਰੇ ਜੀਵ ਦੇ ਉੱਤੇ ਤੇ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਤੇ ਗੁਰੂ ਫਿਰ ਜਦੋਂ ਨਾਮ ਦੀ ਦਾਤ ਦਿੰਦਾ ਹੈ, ਉਸ ਨਾਮ ਰਾਹੀਂ ਫਿਰ ਜੀਵ ਪਰਮਾਤਮਾ ਤੱਕ ਪਹੁੰਚਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਜਦੋਂ ਫਿਰ ਗੁਰੂ ਪਰਮੇਸ਼ਰ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ ਤੇ ਉਸ ਜੀਵ ਦੇ ਸਾਰੇ ਅੰਦਰ ਦੇ ਵਿਕਾਰਾਂ ਨੂੰ ਕੱਢ ਕੇ ਉਹਦੀ ਆਤਮਾ ਨੂੰ, ਉਹਦੇ ਮਨ ਨੂੰ ਪਵਿੱਤਰ ਤੇ ਸ਼ੁੱਧ ਕਰ ਦਿੰਦਾ ਹੈ। ਪਰ ਇਹ ਕਿਰਪਾ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੁੱਠਦਾ ਹੈ ਤਾਂ ਪ੍ਰਾਪਤ ਹੁੰਦੀ ਹੈ। 18ਵੀਂ ਪੌੜੀ ਦੇ ਅੰਦਰ ਇਹ ਸ਼ਬਦ ਦਾ ਭਾਵ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸਤਿਗੁਰੂ ਦੀ ਵਿਆਖਿਆ ਕਰਦਿਆਂ ਹੋਇਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਸਤਿਗੁਰੂ ਦੀ ਬੜੀ ਸੁੰਦਰ ਵਿਆਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ ਹੈ। ਸਾਹਿਬ ਜੀ ਕਹਿੰਦੇ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਕਹਿੰਦੇ ਵੀ ਜਿਹਨੇ ਸੱਚ ਨੂੰ ਜਾਣ ਲਿਆ ਹੈ ਉਸੇ ਦਾ ਨਾਂ ਹੀ ਅਸਲ ਵਿੱਚ ਸਤਿਗੁਰੂ ਹੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਫਿਰ ਐਸੇ ਸਤਿਗੁਰੂ ਦੇ ਨਾਲ ਜਿਹੜਾ ਸਿੱਖ ਜੁੜ ਜਾਂਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਉਸ ਮਾਲਕ ਦੇ ਫਿਰ ਜੀਵ ਨੂੰ ਗੁਣ ਗਾਉਣੇ ਚਾਹੀਦੇ ਨੇ। ਜਦੋਂ ਅਸੀਂ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਦੇ ਹਾਂ ਸਤਿਗੁਰੂ ਦੀ ਵਿਆਖਿਆ ਕੀ ਹੈ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਤਿਗੁਰੂ ਦੀ ਵਿਆਖਿਆ ਇਹ ਹੈ ਕਿ ਉਹਦੇ ਬਾਣ ਨਾਲ, ਉਹਦੇ ਸ਼ਬਦ ਨਾਲ ਜੀਵਨ ਪਲਟ ਜਾਂਦਾ। ਇਹ ਹੈ ਸਤਿਗੁਰੂ ਦੀ ਪੂਰੇ ਦੀ ਨਿਸ਼ਾਨੀ। ਕਿਉਂਕਿ ਅੱਜ ਦਾ ਸ਼ਬਦ ਮੈਂ ਲਿਆ, ਸਤਿਗੁਰ ਵੱਡਾ ਕਰ ਸਲਾਹੀਏ। ਕਿਉਂ ਵੱਡਾ ਵੱਡਾ ਕਰਕੇ ਸਲਾਉਣਾ? ਉਹਦੇ ਵਿੱਚ ਗੁਣ ਕੀ ਨੇ? ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਦੋਂ ਅਸੀਂ ਉਸ ਸਤਿਗੁਰੂ ਦੀ ਵਿਆਖਿਆ ਕਰਦੇ ਹਾਂ ਤੇ ਜੀਵਨ ਦੇ ਵਿੱਚ ਕਿੰਨੀ ਕੁ ਤਬਦੀਲੀ ਆ ਗਈ ਹੈ। ਭਗਤ ਕਬੀਰ ਸਾਹਿਬ ਕਹਿੰਦੇ, ਸਤ ਕਬੀਰ ਸਤਿਗੁਰ ਸੂਰਮੈ। ਸੂਰਮਾ ਉੱਥੇ ਸ਼ਬਦ ਵਰਤਿਆ ਵੀ ਸੂਰਮੇ ਸਤਿਗੁਰੂ ਨੇ ਬਾਹਿਆ ਬਾਣ ਜੋ ਏਕ। ਕਹਿੰਦੇ ਇੱਕੋ ਹੀ ਬਾਣ ਮਾਰਿਆ, ਇੱਕ ਹੀ ਤੀਰ ਮਾਰਿਆ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾਂ ਕਲੇਜੇ ਸੇ। ਕਹਿੰਦੇ ਉਹਦੀ ਇੱਕ ਬਾਣ ਨਾਲ, ਉਹਦੇ ਇੱਕ ਤੀਰ ਦੇ ਨਾਲ ਜੋ ਕਾਲਜੇ 'ਚ ਵੱਜਿਆ, ਮੈਂ ਤਾਂ ਜ਼ਮੀਨ ਤੇ ਮੈਨੂੰ ਪਟਕਾ ਕੇ ਮਾਰਿਆ ਪਰਮਾਤਮਾ ਨੇ ਉਸ ਸ਼ਬਦ ਰਾਹੀਂ। ਪਰ ਕਹਿੰਦੇ ਜਦੋਂ ਮੈਂ ਜ਼ਮੀਨ ਤੇ ਡਿੱਗਿਆ ਤੇ ਉਸ ਤੋਂ ਬਾਅਦ ਕੀ ਹੋਇਆ? ਭਗਤ ਕਬੀਰ ਸਾਹਿਬ ਜੀ ਕਿਉਂਕਿ ਸ਼ਬਦ ਦੇ ਅੱਖਰੀ ਅਰਥ ਤੇ ਸ਼ਬਦ ਦੇ ਭਾਵ ਅਰਥ ਦੋ ਲੈ ਜਾਂਦੇ ਨੇ। ਅੱਖਰੀ ਅਰਥ ਇਹ ਬਣ ਗਏ ਵੀ ਗੁਰੂ ਨੇ ਤੀਰ ਮਾਰਿਆ। ਕਬੀਰ ਸਾਹਿਬ ਜੀ ਕਹਿੰਦੇ ਮੈਂ ਡਿੱਗ ਪਿਆ ਜ਼ਮੀਨ ਤੇ, ਪਟਕਾ ਕੇ ਮਾਰਿਆ ਮੈਨੂੰ ਗੁਰੂ ਨੇ ਤੀਰ ਦੇ। ਕਿਉਂਕਿ ਜਦੋਂ ਤੀਰ ਵੱਜੇਗਾ ਬੰਦਾ ਡਿੱਗੇਗਾ ਹੀ ਨਾ ਜ਼ਮੀਨ ਤੇ। ਹੁਣ ਡਿੱਗ ਕੇ ਕੀ ਤਬਦੀਲੀ ਆ ਗਈ? ਜਦੋਂ ਬੰਦੇ ਨੂੰ ਤੀਰ ਵੱਜੇ ਬੰਦਾ ਤੇ ਮਰ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਮਰ ਮੈਂ ਵੀ ਗਿਆ। ਮੈਨੂੰ ਜਦੋਂ ਗੁਰੂ ਨੇ ਸ਼ਬਦ ਦਾ ਤੀਰ ਮਾਰਿਆ, ਬਾਣ ਮਾਰਿਆ, ਸਿੱਧਾ ਜਾ ਕੇ ਕਾਲਜੇ 'ਚ ਵੱਜਿਆ। ਕਹਿੰਦੇ ਮਰ ਤਾਂ ਮੈਂ ਵੀ ਗਿਆ, ਪਰ ਮਰਨ ਤੋਂ ਬਾਅਦ ਫਿਰ ਜਿੰਦਾ ਹੋ ਗਿਆ। ਇੱਕ ਸ਼ਬਦ ਹੈ ਸਤਿਗੁਰੂ ਦੀ ਬਾਣੀ ਦਾ, ਸ਼ਬਦ ਮਰੋ ਫਿਰ ਜੀਵੋ ਸਦਹੀ। ਤਾਂ ਫਿਰ ਮਰਨ ਨਾ ਹੋਈ, ਦੁਬਾਰਾ ਤੇ ਮੁੜ ਕੇ ਮਰਨ ਹੀ ਨਹੀਂ ਹੋਏਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੁਣ ਮੈਨੂੰ ਜਦੋਂ ਗੁਰੂ ਨੇ ਸ਼ਬਦ ਦੇ ਤੀਰ ਨਾਲ ਵਿੰਨ ਕੇ ਰੱਖ ਦਿੱਤਾ ਤੇ ਮੈਨੂੰ ਮਾਰ ਕੇ ਜਿੰਦਾ ਕਰ ਦਿੱਤਾ, ਭਾਵ ਇੱਥੇ
ਕਿਹੜੀ ਚੀਜ਼ ਤੋਂ ਮਾਰਿਆ ਤੇ ਕਿਹੜੀ ਤੋਂ ਜਿੰਦਾ ਕੀਤਾ, ਉਹਨੂੰ ਖੋਲ ਕੇ ਖੁਲਾਸਾ ਕਰ ਦਿੱਤਾ ਹੈ ਭਗਤ ਕਬੀਰ ਸਾਹਿਬ ਜੀ ਨੇ। ਕਹਿੰਦੇ ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਆਹ ਜਿਹੜਾ ਗੁਰੂ ਨੇ ਮੈਨੂੰ ਤੀਰ ਮਾਰਿਆ ਨਾ, ਤੇ ਕਿਹੜੇ ਬੰਨੇ ਤੋਂ ਮਾਰ ਕੇ ਕਿਸ ਬੰਨੇ ਤੋਂ ਜਿੰਦਾ ਕਰ ਦਿੱਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜ਼ੁਬਾਨ ਤੋਂ ਗੂੰਗਿਆਂ ਕਰ ਦਿੱਤਾ, ਉਹਨੇ ਮੈਨੂੰ ਕੰਨਾਂ ਤੋਂ ਬੋਲਿਆਂ ਕਰ ਦਿੱਤਾ ਹੈ, ਤੇ ਕਹਿੰਦੇ ਹੱਥਾਂ ਤੋਂ ਤੇ ਪੈਰਾਂ ਤੋਂ ਮੈਨੂੰ ਲੰਗੜਾ ਤੇ ਲੂਲਾ ਕਰ ਦਿੱਤਾ। ਉੱਥੇ ਅਖਰੀ ਅਰਥੇ ਬਣ ਗਏ, ਭਾਵ ਅਰਥ ਕੀ ਬਣੇ? ਭਾਵ ਅਰਥੇ ਬਣ ਗਏ ਕਿ ਕਬੀਰ ਸਾਹਿਬ ਜੀ ਕਹਿੰਦੇ ਨੇ ਹੁਣ ਮੈਂ ਇਸ ਜ਼ੁਬਾਨ ਨਾਲ, ਇਸ ਰਸਨਾ ਦੇ ਨਾਲ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਹੀ ਵਡਿਆਈ ਕਰਦਾ। ਮੈਂ ਕਿਸੇ ਦੀ ਨਾ ਤੇ ਫੋਕੀ ਖੁਸ਼ਾਮਦ ਕਰਦਾ ਤੇ ਨਾ ਮੈਂ ਕਿਸੇ ਦੀ ਵਾਧੂ ਦੀ ਨਿੰਦਿਆ ਕਰਦਾ। ਇਸ ਬੰਨਿਓ ਗੁਰੂ ਨੇ ਮੈਨੂੰ ਮਾਰ ਦਿੱਤਾ। ਨਾ ਮੈਂ ਕਿਸੇ ਦੀ ਖੁਸ਼ਾਮਦ ਕਰਦਾ, ਨਾ ਮੈਂ ਕਿਸੇ ਦੀ ਨਿੰਦਿਆ ਕਰਦਾ ਵਾਧੂ। ਕਬੀਰ ਸਾਹਿਬ ਕਹਿੰਦੇ ਇਸ ਬੰਨੇ ਤੋਂ ਤੇ ਮੈਨੂੰ ਗੁਰੂ ਨੇ ਗੂੰਗਾ ਕਰ ਦਿੱਤਾ। ਕੰਨਾਂ ਦੀ ਗੱਲ ਕੀਤੀ, ਕਹਿੰਦੇ ਕੰਨਾਂ ਦੇ ਨਾਲ ਨਾ ਮੈਂ ਵਾਧੂ ਦੀ ਕਿਸੇ ਦੀ ਚੁਗਲੀ ਨਿੰਦਿਆ ਸੁਣਦਾ ਹਾਂ, ਤੇ ਨਾ ਹੀ ਇਹਨਾਂ ਕੰਨਾਂ ਦੇ ਨਾਲ ਮੈਂ ਆਪਣੀ ਖੁਸ਼ਾਮਦ ਸੁਣਦਾ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਸ ਬੰਨੇ ਤੋਂ ਮੈਨੂੰ ਮਾਰ ਦਿੱਤਾ? ਫਿਰ ਕਹਿੰਦੇ ਪੈਰਾਂ ਵਾਲੇ ਬੰਨੇ ਤੋਂ ਮੈਨੂੰ ਕਿਵੇਂ ਲੰਗੜਾ ਤੇ ਲੂਲਾ ਕਰ ਦਿੱਤਾ। ਕਹਿੰਦੇ ਇਹ ਪੈਰ ਹੁਣ ਮੇਰੇ ਚੱਲ ਕੇ ਧਰਮ ਵਾਲੇ ਮਾਰਗ ਤੇ, ਸੱਚ ਵਾਲੇ ਮਾਰਗ ਤੇ, ਪ੍ਰਭੂ ਦੇ ਮਾਰਗ ਵਾਲੇ ਬੰਨੇ ਨੂੰ ਤੁਰਦੇ ਨੇ। ਬੁਰਾਈਆਂ ਵਾਲੇ ਬੰਨੇ ਤੋਂ ਮੈਨੂੰ ਗੁਰੂ ਨੇ ਹਟਾ ਦਿੱਤਾ। ਹੱਥਾਂ ਦੇ ਨਾਲ ਬੁਰੇ ਕਰਮ ਕਰਨੇ ਹੁਣੇ ਹਟ ਗਏ। ਕਬੀਰ ਸਾਹਿਬ ਜੀ ਅਸਲ 'ਚ ਸਾਨੂੰ ਕਹਿ ਰਹੇ ਨੇ ਕਿ ਐ ਪਿਆਰਿਓ, ਜਦੋਂ ਗੁਰੂ ਤੀਰ ਮਾਰਦਾ ਸ਼ਬਦ ਦਾ, ਸਤਿਗੁਰੂ ਪੂਰੇ ਦੇ ਵਿੱਚ ਇਹ ਗੁਣ ਨੇ, ਉਹਦੇ ਨਾਲ ਜੁੜਨ ਵਿੱਚ ਤਬਦੀਲੀ ਕੀ ਆ ਜਾਂਦੀ ਹੈ? ਭਗਤ ਕਬੀਰ ਸਾਹਿਬ ਕਹਿੰਦੇ ਵੀ ਮੇਰੇ 'ਚ ਤਾਂ ਤਬਦੀਲੀ ਆ ਗਈ। ਮੈਨੂੰ ਤੇ ਉਹਨੇ ਜ਼ਬਾਨ ਵਾਲੇ ਬੰਨੇ ਤੋਂ ਸਿਫਤ ਦੇ ਦਿੱਤੀ, ਕੰਨਾਂ ਵਾਲੇ ਬੰਨੇ ਤੋਂ ਸੱਚ ਸੁਣਨ ਦੀ ਸਿਫਤ ਦੇ ਦਿੱਤੀ, ਪੈਰਾਂ ਨਾਲ ਚੱਲ ਕੇ ਉਹਨੇ ਸਤ ਸੰਗਤ ਵਿੱਚ ਜਾਣ ਦਾ ਮੇਰੇ ਤੇ ਕਿਰਪਾ ਕਰਤੀ, ਹੱਥਾਂ ਨਾਲ ਮੈਨੂੰ ਧਰਮ ਦੀ ਕਿਰਤ ਕਰਨੀ ਸਿਖਾ ਦਿੱਤੀ। ਇਹ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਦੀ ਹੋਰ ਵੀ ਵਡਿਆਈ ਕੀਤੀ ਹੈ। ਕਹਿੰਦੇ ਸਤਿਗੁਰੂ ਦੇ ਵਿੱਚ ਪਰਮੇਸ਼ਰ ਆਪ ਬੈਠਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬੋਲ ਨੇ ਕਿ ਸਤਿਗੁਰੂ ਦੇ ਅੰਦਰ ਆਪ ਪਰਮੇਸ਼ਰ ਹੈ। ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ। ਸਮੋਏ ਦਾ ਮਤਲਬ ਵਿੱਚ ਸਮਾਇਆ ਹੋਇਆ ਹੈ, ਤੇ ਸ਼ਬਦ ਰੂਪ ਵਿੱਚ ਉਹ ਪ੍ਰਗਟ ਹੁੰਦਾ ਹੈ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਆ, ਤੇ ਭਾਈ ਗੁਰਦਾਸ ਜੀ ਵੀ ਇਹੀ ਵਿਆਖਿਆ ਕਰਦੇ ਨੇ, ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅਸੀਂ ਤਾਂ ਹੀ ਗੁਰੂ ਕਹਿੰਦੇ ਆ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਅੰਦਰ ਅਕਾਲ ਪੁਰਖ ਦਾ ਆਪਣਾ ਨਿਰਗੁਣ ਸਰੂਪ ਤੇ ਸਰਗੁਣ ਰੂਪ ਦੇ ਵਿੱਚ ਗੁਰੂ ਨਾਨਕ ਰੂਪ ਦੇ ਵਿੱਚ ਪ੍ਰਗਟ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ, ਕਹਿੰਦੇ ਵਾਹਿਗੁਰੂ ਗੁਰ ਨਾਨਕ ਧਾਰ ਕੇ ਮੂਰਤ ਹੈ ਜਾਗਾਇਓ। ਕਹਿਣ ਲੱਗੇ ਅਸਲ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਜੇ ਪਰਮਾਤਮਾ ਦਾ ਆਪਾਂ ਕਹੀਏ ਤੇ ਸਰਗੁਣ ਸਰੂਪ ਨੇ। ਭੱਟਾਂ ਨੇ ਜਦੋਂ ਗੁਰੂ ਅਮਰਦਾਸ ਜੀ ਦੀ ਵਿਆਖਿਆ ਕੀਤੀ, ਭਾਵ ਕਿ ਉਹਨਾਂ ਦੀ ਸਿਫਤ ਕੀਤੀ, ਤੇ ਭੱਟਾਂ ਨੇ ਕਹਿਤਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਹਿਣ ਲੱਗੇ ਭਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਸਿਫਤ ਵਿੱਚ ਉਹ ਸਵਈਆ ਹੈ। ਕਹਿਣ ਲੱਗੇ ਇਉਂ ਕਹਿ ਲਓ ਕਿ ਪਰਮਾਤਮਾ ਅਕਾਲ ਪੁਰਖ ਜੋ ਨਿਰਗੁਣ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਆਪਾਂ ਰੱਬ ਨੂੰ ਨਹੀਂ ਕਹਿ ਸਕਦੇ ਜੂਨ 'ਚ ਆ ਗਿਆ। ਪਰ ਭੱਟ ਸਾਹਿਬਾਨ ਕਹਿੰਦੇ ਨੇ ਜੇ ਕੋਈ ਪਰਮਾਤਮਾ ਪਰਮੇਸ਼ਰ ਨੂੰ ਜਾਣਨਾ ਚਾਹੁੰਦਾ ਹੈ ਤੇ ਗੁਰੂ ਅਮਰਦਾਸ ਦੇ ਦਰਸ਼ਨ ਕਰ ਲਓ, ਤੁਹਾਨੂੰ ਉਹਦੇ ਵਿੱਚੋਂ ਹੀ ਪਰਮਾਤਮਾ ਮਿਲ ਜਾਏਗਾ। ਤੁਹਾਨੂੰ ਉਹਦੇ ਵਿੱਚੋਂ ਹੀ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਹੋ ਜਾਣਗੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿਫਤ ਕੀਤੀ ਭੱਟਾਂ ਨੇ, ਤੇ ਕਹਿਣ ਲੱਗੇ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਜੇ ਕਿ ਗੁਰ ਅਰਜੁਨ ਪ੍ਰਤੱਖ ਹਰ। ਕਹਿਣ ਲੱਗੇ ਹਰੀ ਪਰਮਾਤਮਾ ਪਰਮੇਸ਼ਰ ਤਾਂ ਅਸੀਂ ਵੇਖਿਆ ਨਹੀਂ ਕਿਉਂਕਿ ਨਿਰਗੁਣ ਸਰੂਪ ਹੈ, ਇਹਨਾਂ ਅੱਖਾਂ ਨਾਲ ਨਹੀਂ ਦਿਸ ਸਕਦਾ। ਪਰ ਕਹਿੰਦੇ ਹਾਂ ਇੰਨੀ ਗੱਲ ਕਹਿੰਦੇ ਆ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਦੇ ਦਰਸ਼ਨ ਕਰ ਲੈਣੇ, ਐਂ ਕਹਿ ਲਓ ਕਿ ਰੱਬ ਦੇ ਹੀ ਦਰਸ਼ਨ ਹੋ ਗਏ। ਤੇ ਭੱਟ ਸਾਹਿਬਾਨਾਂ ਨੇ ਇੱਕ ਹੋਰ ਸਵਈਏ ਵਿੱਚ ਬੜਾ ਪਿਆਰਾ ਬਚਨ ਕੀਤਾ। ਕਹਿਣ ਲੱਗੇ ਅਸਲ ਵਿੱਚ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਪ੍ਰਭੂ ਪਰਮਾਤਮਾ ਕਿਵੇਂ ਤੱਕ ਲਿਆ। ਕਹਿਣ ਲੱਗੇ 1 ਸਾਲ ਤਾਂ ਸਾਨੂੰ ਇਸ ਗੱਲ ਤੇ ਲੱਗ ਗਿਆ ਕਿ ਕੋਈ ਸਾਡੇ ਜੀਵਨ ਅੰਦਰ ਕੋਈ ਤਬਦੀਲੀ ਲਿਆਵੇ। ਕਹਿਣ ਲੱਗੇ 1 ਸਾਲ ਅਸੀਂ ਭਟਕਦੇ ਰਹੇ, ਤੁਰੇ ਫਿਰਦੇ ਰਹੇ। ਬਹੁਤ ਲੋਕ ਐਸੇ ਮਿਲੇ ਜਿਹੜੇ ਕਹਿੰਦੇ ਸੀ ਅਸੀਂ ਰੱਬ ਦੇ ਬੜੇ ਨੇੜੇ ਹਾਂ। ਬਹੁਤ ਐਸੇ ਮਿਲੇ ਜਿਹੜੇ ਕਹਿੰਦੇ ਸੀ ਸਾਨੂੰ ਗੁਰੂ ਧਾਰਨ ਕਰ ਲਓ, ਸਾਨੂੰ ਗੁਰੂ ਧਾਰਨ ਕਰ ਲਓ। ਭੱਟ ਸਾਹਿਬਾਨ ਕਹਿੰਦੇ 1 ਸਾਲ ਲੱਗੇ ਰਹੇ, ਬਹੁਤ ਗੁਰੂ ਵੀ ਸਾਨੂੰ ਮਿਲੇ, ਪਰ ਉਹਨਾਂ ਨੇ ਕਿਹਾ ਅੰਦਰ ਦੀ ਸ਼ਾਂਤੀ, ਅੰਦਰ ਦਾ ਟਿਕਾਓ, ਅੰਦਰ ਦੀ ਤਬਦੀਲੀ ਕੋਈ ਨਾ ਸਾਡੀ ਕਰ ਸਕਿਆ। ਉਹਨਾਂ ਨੇ ਇੱਕ ਸਵਈਏ ਵਿੱਚ ਬੜੀ ਪਿਆਰੀ ਸਤਿਗੁਰੂ ਦੀ ਵਿਆਖਿਆ ਕੀਤੀ ਹੈ। ਕਹਿਣ ਲੱਗੇ ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸਵੀ ਮੁਖੋਂ ਇਹ ਪੰਡਤ ਮਿੱਠੇ। ਕਹਿਣ ਲੱਗੇ ਬੜੇ ਬੜੇ ਤਪਸਵੀ, ਬੜੇ ਬੜੇ ਸੰਨਿਆਸੀ, ਬੜੇ ਬੜੇ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਾਨੂੰ ਲੋਕ ਗੁਰੂ ਮੰਨਣ,
ਭੱਟ ਸਾਹਿਬਾਨ ਕਹਿੰਦੇ ਵੀ ਦੇਖਿਆ ਸੀ ਤੇ ਕਿੰਨਾ ਸਮਾਂ ਲਾਇਆ। ਕਹਿਣ ਲੱਗੇ ਬਰਸ ਏਕ ਹੋਂ ਫਿਰਿਓ। ਬਰਸ ਦਾ ਮਤਲਬ ਹੈ ਸਾਲ। ਬਰਸ ਏਕ ਹੋਂ ਫਿਰਿਓ ਕਿਨੇ ਨ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਲੱਗੇ ਕਹਿਣੀ ਤਾਂ ਬੜੀ ਕਮਾਲ ਦੀ ਸੀ, ਪਰ ਰਹਿਤ ਵੇਖ ਕੇ ਕੋਈ ਮਨ ਨੂੰ ਖੁਸ਼ੀ ਨਹੀਂ ਸੀ ਆਉਂਦੀ। ਭਾਵ ਕਿ ਰਹਿਤ ਵੇਖ ਕੇ ਮਨ ਪ੍ਰਭਾਵਿਤ ਨਹੀਂ ਸੀ ਹੁੰਦਾ। ਉਹਨਾਂ ਦੀ ਕਥਨੀ ਕਮਾਲ ਦੀ ਸੀ, ਪਰ ਰਹਿਤ ਨਹੀਂ ਸੀ ਕੋਈ। ਇਹ ਭੱਟ ਸਾਹਿਬਾਨਾਂ ਦੇ ਸ਼ਬਦ ਨੇ। ਕਹਿਣ ਲੱਗੇ ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਫਿਰ ਅਗਲਾ ਸ਼ਬਦ ਕਿਹਾ, ਕਹਿਣ ਲੱਗੇ ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਰੂੰ। ਕਹਿਣ ਲੱਗੇ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਨੂੰ ਭੁੱਲੇ ਹੋਏ ਸਨ, ਉਹਨਾਂ ਨਾਲ ਜੁੜ ਕੇ ਕਿਵੇਂ ਰੱਬ ਨਾਲ ਸਾਂਝ ਪੈ ਸਕਦੀ ਸੀ। ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੂੰ। ਤੇ ਇਸ ਕਰਕੇ ਸਤਿਗੁਰੂ ਦੀ ਵਡਿਆਈ ਕਰ ਰਹੇ ਆ ਕਿ ਗੁਰ ਦਈ ਮਿਲਾਇਓ ਭਿਖਿਆ। ਭਿੱਖਾ ਭੱਟ ਦਾ ਨਾਂ ਹੈ। ਕਹਿਣ ਲੱਗੇ ਦਈ ਮੈਨੇ ਪਰਮਾਤਮਾ ਗੁਰੂ ਨੇ ਪਰਮੇਸ਼ਰ ਨਾਲ ਮਿਲਾ ਦਿੱਤਾ। ਗੁਰ ਦਈ ਮਿਲਾਇਓ ਭਿਖਿਆ, ਜਿਮ ਤੂੰ ਰੱਖੈ ਤਿਮ ਰਹੂੰ। ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਹੇ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਹੁਣ ਭਈ ਜਿਵੇਂ ਤੁਸੀਂ ਸਾਨੂੰ ਰੱਖੋਗੇ ਅਸੀਂ ਹੁਣ ਤੁਹਾਡੀ ਰਜ਼ਾ ਮੁਤਾਬਕ ਚੱਲਾਂਗੇ, ਕਿਉਂਕਿ ਅਸੀਂ ਪਹਿਲਾਂ ਸਾਰਾ ਕੁਝ ਦੇਖ ਲਿਆ 1 ਸਾਲ ਫਿਰ ਕੇ। ਜਦੋਂ ਅਸੀਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਹੋਰ ਸ਼ਬਦਾਂ ਨੂੰ ਦੇਖਦੇ ਹਾਂ ਤੇ ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਆਪਣੇ ਸਤਿਗੁਰੂ ਦੀ ਵਡਿਆਈ ਕਰੋ। ਮਹਾਰਾਜ ਕਿੰਨੀ ਕੁ ਕਰੀਏ? ਕਹਿੰਦੇ ਆਪਣੇ ਗੁਰੂ ਨੂੰ ਵਾਹ ਵਾਹ ਕਹਿਣਾ ਚਾਹੀਦਾ। ਕਿਉਂ ਕਹਿਣਾ ਚਾਹੀਦਾ? ਮੇਰੇ ਸਤਿਗੁਰੂ ਕਹਿੰਦੇ ਸਾਰੇ ਭਰਮਾਂ ਦੇ ਕਿਲੇ ਤੋੜ ਦਿੰਦਾ, ਇਸ ਕਰਕੇ ਵਾਹ ਵਾਹ ਕਹਿਣਾ ਚਾਹੀਦਾ। ਸਤਿਗੁਰਾਂ ਦੇ ਬੜੇ ਪਿਆਰੇ ਬਚਨ ਨੇ। ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਸਤਿਗੁਰ ਵਾਹ ਵਾਹ। ਵਾਹ ਵਾਹ ਦਾ ਮਤਲਬ ਆ ਵੀ ਆਪਣੇ ਗੁਰੂ ਨੂੰ ਵਾਹ ਵਾਹ ਕਹਿਣਾ, ਉਹਦੀ ਵਡਿਆਈ ਕਰਨੀ। ਕਿਸ ਦੀ ਵਡਿਆਈ ਕਰਨੀ? ਜਿਨ ਭਰਮ ਗੜ ਤੋੜਿਆ, ਜਿਨੇ ਸਾਰੇ ਭਰਮਾਂ ਦੇ ਕਿਲੇ ਤੋੜ ਕੇ ਰੱਖ ਦਿੱਤੇ, ਉਸ ਗੁਰੂ ਦੀ ਵਡਿਆਈ ਤੇ ਉਸ ਗੁਰੂ ਦੀ ਸਿਫਤ ਕਰਨੀ ਚਾਹੀਦੀ ਹੈ। ਆਓ ਨਾਲ ਨਾਲ ਇਤਿਹਾਸਕ ਪੱਖ ਵੀ ਆਪਾਂ ਲੈਣਾ ਹੁੰਦਾ ਹੈ, ਤਾਂ ਕਿ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਨਾਲ ਇਤਿਹਾਸ ਵਿੱਚੋਂ ਸਾਨੂੰ ਕਲੀਅਰ ਹੋ ਜਾਂਦਾ ਕਿ ਸੱਚਮੁੱਚ ਸਤਿਗੁਰੂ ਦੀ ਜੋ ਵਿਆਖਿਆ ਚੱਲਦੀ ਪਈ ਹੈ ਕਿ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਮਾਣਿਆ ਜਾਂ ਜਿਨ੍ਹਾਂ ਸਤਿਗੁਰੂ ਵਿੱਚੋਂ ਪਰਮਾਤਮਾ ਨੂੰ ਦੇਖਿਆ ਹੈ, ਉਹਨਾਂ ਉੱਤੇ ਕਿੰਨੀਆਂ ਕੁ ਰਹਿਮਤਾਂ ਸਤਿਗੁਰੂ ਦੀਆਂ ਵਰਤੀਆਂ ਰਹੀਆਂ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਨਾਲ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਕਿਉਂਕਿ ਇਤਿਹਾਸ ਦਾ ਨਾਲ ਹੋਣਾ ਇਸ ਤਰ੍ਹਾਂ ਸਮਝ ਲਓ ਕਿ ਗੁਰਮਤਿ ਦੀ ਰੌਸ਼ਨੀ ਵਿੱਚ ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਸਾਡੇ ਸਾਹਮਣੇ ਜੋ ਗੁਰੂ ਮਹਾਰਾਜ ਜੀ ਦਾ ਜੀਵਨ ਹੈ, ਸਿੱਖਾਂ ਦਾ ਜੀਵਨ ਹੈ, ਉਹ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਨੇ ਕਿ ਭਾਈ ਤੁਸੀਂ ਦੇਖੋ ਜਦੋਂ ਗੁਰੂ ਨਾਲ ਜੁੜੋਗੇ ਤੇ ਕਿੰਨੀਆਂ ਕੁ ਰਹਿਮਤਾਂ ਹੋ ਜਾਂਦੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਨੇ ਬੜੀਆਂ ਰਹਿਮਤਾਂ ਵਰਤਾਈਆਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਆਨੰਦਾਂ ਦੀ ਪੁਰੀ ਦੇ ਉੱਤੇ ਸਤਿਗੁਰੂ ਜਿੱਥੇ ਆਨੰਦ ਵਰਤਾਉਂਦੇ ਨੇ, ਉੱਥੇ ਮੇਰੇ ਸਾਹਿਬ ਨੇ 1699 ਦੀ ਵਿਸਾਖੀ ਨੂੰ ਖਾਲਸਾ ਵੀ ਸਾਜਿਆ ਸੀ ਆਨੰਦਾਂ ਦੀ ਪੁਰੀ ਵਿੱਚ। ਇਸੇ ਹੀ ਆਨੰਦਾਂ ਦੀ ਪੁਰੀ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਹਾੜੀ ਰਾਜਿਆਂ ਦੇ ਨਾਲ ਜੰਗਾਂ ਵੀ ਹੋਈਆਂ। ਜਿਸ ਵੇਲੇ ਪਹਾੜੀ ਰਾਜਿਆਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਆਨੰਦਪੁਰ ਨੂੰ 4 ਚੁਫੇਰੇ ਤੋਂ ਘੇਰ ਲਿਆ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜੰਗਾਂ ਕਰਨ ਵਾਸਤੇ ਪਹਾੜੀ ਰਾਜੇ ਇਕੱਲੇ ਨਹੀਂ, ਔਰੰਗਜ਼ੇਬ ਦੇ ਨਾਲ ਵੀ ਸੁਲ੍ਹਾ ਕਰਕੇ ਉਹਦੀ ਫੌਜ ਵੀ ਨਾਲ ਲੈ ਕੇ ਆਉਂਦੇ ਨੇ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਕਿ ਦੇਖੋ ਜਿਨ੍ਹਾਂ ਨੂੰ ਆਪਣੇ ਸਤਿਗੁਰੂ ਤੇ ਭਰੋਸਾ ਹੁੰਦਾ ਹੈ, ਜਿਹੜੇ ਆਪਣੇ ਸਤਿਗੁਰੂ ਵਿੱਚੋਂ ਪਾਰ ਬ੍ਰਹਮ ਪਰਮੇਸ਼ਰ ਨੂੰ ਤੱਕ ਲੈਂਦੇ ਨੇ, ਉਹਨਾਂ ਉੱਤੇ ਕਿੰਨੀਆਂ ਕੁ ਰਹਿਮਤਾਂ ਵਰਤੀਆਂ। ਤੇ ਜਿਹੜੇ ਗੁਰੂ ਦੇ ਕੋਲ ਰਹਿ ਕੇ ਵੀ ਗੁਰੂ ਦੀ ਵਡਿਆਈ ਨੂੰ, ਗੁਰੂ ਦੇ ਗੁਣਾਂ ਨੂੰ, ਗੁਰੂ ਦੀ ਸਰਬ ਸ਼ਕਤੀ ਨੂੰ ਨਹੀਂ ਜਾਣਦੇ, ਉਹ ਜੀਵ ਆਪਣੀ ਸਾਰੀ ਜ਼ਿੰਦਗੀ ਵਿਅਰਥ ਹੀ ਗਵਾ ਕੇ ਤੁਰ ਜਾਂਦੇ ਨੇ ਗੁਰੂ ਦੇ ਕੋਲ ਰਹਿ ਕੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਆ ਕੇ ਦੱਸਿਆ, ਸੂਈਏ ਨੇ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਪਤਾ ਚੱਲਿਆ ਹੈ ਕਿ ਕੱਲ ਨੂੰ ਇਸ ਲੋਹਗੜ੍ਹ ਦਾ ਜਿਹੜਾ ਕਿਲ੍ਹਾ ਹੈ, ਜਿੱਧਰ ਇਹਨਾਂ ਫੌਜਾਂ ਦੀ ਬੜੀ ਨਿਗਾਹ ਟਿਕੀ ਹੋਈ ਹੈ ਕਿ ਇਸ ਦਰਵਾਜ਼ੇ ਨੂੰ ਤੋੜ ਕੇ ਅਸੀਂ ਅੰਦਰ ਦਾਖਲ ਹੋ ਜਾਣਾ ਹੈ। ਮਹਾਰਾਜ ਸੂਈਆ ਆਇਆ ਹੈ ਤੇ ਉਹਨੇ ਆ ਕੇ ਦੱਸਿਆ ਕਿ ਇਹਨਾਂ ਪਹਾੜੀ ਰਾਜਿਆਂ ਨੇ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੇ ਸਾਰੇ ਸਰੀਰ ਉੱਤੇ ਤਵੀਆਂ ਬੰਨ੍ਹ ਕੇ ਉਹਦੀ ਸੁੰਡ ਦੇ ਵਿੱਚ ਨਾਗਣੀ ਫੜਾ ਕੇ ਮਹਾਰਾਜ ਉਸ ਨੂੰ ਇਸ ਕਿਲੇ ਵਾਲੇ ਬੰਨੇ ਨੂੰ ਤੋਰਿਆ ਜਾਏਗਾ। ਉਹ ਮਸਤ ਹਾਥੀ ਸ਼ਰਾਬ ਨਾਲ ਰੱਜਿਆ ਹੋਇਆ ਇਧਰ ਨੂੰ ਆਵੇਗਾ ਤੇ ਇਸ ਕਿਲੇ ਦਾ ਦਰਵਾਜ਼ਾ ਤੋੜ ਦੇਵੇਗਾ ਤੇ ਫੌਜ ਅੰਦਰ ਦਾਖਲ ਹੋ ਜਾਵੇਗੀ। ਇਹ ਮੈਂ ਸੁਣ ਕੇ ਆਇਆ। ਸੂਈਆ ਕਹਿੰਦਾ ਮੈਂ ਉਹਨਾਂ ਦੀ ਇਹ ਮੀਟਿੰਗ ਵਿੱਚੋਂ ਉਹਨਾਂ ਦਾ ਫੈਸਲਾ ਮੈਂ ਸੁਣ ਕੇ ਮਹਾਰਾਜ ਤੁਹਾਨੂੰ ਦੱਸਣ ਵਾਸਤੇ ਆਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਵੀ ਤੂੰ ਆਪਣੀ ਡਿਊਟੀ ਨਿਭਾ ਦਿੱਤੀ ਹੈ, ਹੁਣ ਜ਼ਿੰਮੇਵਾਰੀ ਸਾਡੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੇ ਵਿੱਚ ਬੈਠੇ ਹੋਏ ਸਨ
ਤੇ ਮੇਰੇ ਸਾਹਿਬ ਨੇ ਜਦੋਂ ਸਾਰੀ ਗੱਲ ਸੁਣੀ ਤੇ ਮੁਸਕਰਾਏ। ਮੇਰੇ ਧੰਨ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਭਾਈ ਜੇ ਇੱਕ ਹਾਥੀ ਆਏਗਾ ਤੇ ਹਾਥੀ ਦਾ ਮੁਕਾਬਲਾ ਵੀ ਤਾਂ ਕੋਈ ਹਾਥੀ ਕਰੇਗਾ ਨਾ। ਤੇ ਸਿੱਖ ਬੜੇ ਹੈਰਾਨ ਹੋਏ ਕਿ ਮਹਾਰਾਜ ਹਾਥੀ ਦਾ ਮੁਕਾਬਲਾ ਕਿਹੜਾ ਹਾਥੀ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਾਈ ਸਾਡੇ ਕੋਲੇ ਵੀ ਤੇ ਆ ਦੇਖੋ ਆਪਣੇ ਸਾਹਮਣੇ ਬੈਠਾ ਨਾ ਦੁਨੀ ਚੰਦ, ਇਹ ਵੀ ਤਾਂ ਹਾਥੀ ਹੈ ਨਾ। ਭਾਵ ਕਿ ਦੁਨੀ ਚੰਦ ਦਾ ਤੁਸੀਂ ਸਰੀਰ ਦਾ ਅੰਦਾਜ਼ਾ ਲਾ ਸਕਦੇ ਹੋ, ਉਹਦੀ ਖੁਰਾਕ ਦਾ ਅੰਦਾਜ਼ਾ ਲਾ ਸਕਦੇ ਹੋ, ਉਹਦੇ ਵਿੱਚ ਤਾਕਤ ਕਿੰਨੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਥੀ ਨਾਲ ਤੁਲਨਾ ਕਰਦੇ ਨੇ। ਮੇਰੇ ਸਾਹਿਬ ਕਹਿੰਦੇ ਸਾਡੇ ਕੋਲੇ ਵੀ ਇੱਕ ਹਾਥੀ ਹੈ ਜਿਹੜਾ ਹਾਥੀ ਦਾ ਮੁਕਾਬਲਾ ਕਰੇਗਾ। ਦੁਨੀ ਚੰਦ ਜਾਏਗਾ ਹਾਥੀ ਨੂੰ ਮਾਰਨ ਵਾਸਤੇ। ਹੁਣ ਦੇਖਣਾ ਕਿ ਜਿਨਨੇ ਸਤਿਗੁਰੂ ਦੇ ਵਿੱਚ ਵਡਿਆਈ ਨਹੀਂ ਦੇਖੀ, ਸਤਿਗੁਰੂ ਦੇ ਕੋਲ ਰਹਿ ਕੇ ਵੀ ਉਹਦਾ ਜੀਵਨ, ਤੇ ਜਿਨਨੇ ਸਤਿਗੁਰੂ ਦੇ ਕੋਲ ਰਹਿ ਕੇ ਸਤਿਗੁਰੂ ਦੀ ਸਮਰੱਥਾ ਨੂੰ ਵੇਖਿਆ, ਗੁਰੂ ਦੀ ਵਡਿਆਈ ਨੂੰ ਵੇਖਿਆ, ਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਰ ਜਾਣਿਆ, ਉਹਦਾ ਵੀ ਜੀਵਨ ਤੱਕਣਾ। ਦੁਨੀ ਚੰਦ ਨੂੰ ਜਦੋਂ ਪਤਾ ਚੱਲਿਆ ਇੱਕਦਮ ਉਹਦੇ ਜ਼ਮੀਨ ਪੈਰਿਆਂ ਥੱਲੋਂ ਨਿਕਲ ਗਈ। ਇਹ ਕੀ ਬਣਿਆ ਕਿ ਗੁਰੂ ਮਹਾਰਾਜ ਜੀ ਨੇ ਮੈਨੂੰ ਹੀ ਕਿਉਂ ਕਿਹਾ ਵੀ ਹਾਥੀ ਨਾਲ ਲੜੇਗਾ? ਰਾਤ ਹੋਈ ਤੇ ਉਹਨੇ ਆਪਣੇ ਨਾਲ ਜਿਹੜਾ 500 ਆਦਮੀ ਲਿਆਂਦਾ ਸੀ, ਇਹ ਭਾਈ ਹੰਧਾਲ ਦੀ ਕੁਲ ਵਿੱਚੋਂ ਹੋਇਆ ਜਿਹੜਾ ਦੁਨੀ ਚੰਦ ਹੋਇਆ ਹੈ। ਇਹ ਜਿਸ ਵੇਲੇ ਗੁਰਮੁਖੋ ਰਾਤ ਦਾ ਵਕਤ ਹੋਇਆ, ਇਹਨੇ ਆਪਣੇ ਨਾਲ ਦੇ 500 ਬੰਦੇ ਨੂੰ ਇਕੱਠਿਆਂ ਕੀਤਾ। ਇਕੱਠਿਆਂ ਕਰਕੇ ਕਹਿਣ ਲੱਗਾ, ਭਾਈ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੇਰਾ ਨਾਂ ਲਿਆ ਹੈ ਕੱਲ ਨੂੰ ਹਾਥੀ ਨਾਲ ਲੜਨ ਲਈ, ਤੇ ਵਾਰੀ ਜੇ ਮੇਰੀ ਆਈ ਤੇ ਵਾਰੀ ਤੁਹਾਡੀ ਵੀ ਆਏਗੀ। ਹੁਣ ਤੁਸੀਂ ਦੱਸੋ ਵੀ ਇੱਕ ਬੰਦਾ ਹਾਥੀ ਦਾ ਮੁਕਾਬਲਾ ਕਿਵੇਂ ਕਰ ਸਕਦਾ? ਕਿੱਥੇ ਬੰਦਾ ਤੇ ਕਿੱਥੇ ਹਾਥੀ? ਮੁਕਾਬਲਾ ਕੋਈ ਬਣਦਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੈਨੂੰ ਇਕੱਲੇ ਨੂੰ ਜਾਣ ਲਈ ਕਿਹਾ ਹੈ। ਇਹਦਾ ਮਤਲਬ ਜੇ ਮੇਰੀ ਵਾਰੀ ਆਈ ਆ ਮੈਂ ਮਰ ਗਿਆ ਤੇ ਤੁਹਾਡੇ ਵਿੱਚੋਂ ਵੀ ਕਿਸੇ ਵੱਲੇ ਗੁਰੂ ਮਹਾਰਾਜ ਜੀ ਇਸ਼ਾਰਾ ਕਰਨਗੇ। ਮੇਰੀ ਰਾਏ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਿਨਾਂ ਦੱਸੇ ਤੋਂ ਹੀ ਆਪਾਂ ਨੂੰ ਕਿਲਾ ਛੱਡ ਜਾਣਾ ਚਾਹੀਦਾ, ਚਲੇ ਜਾਣਾ ਚਾਹੀਦਾ ਰਾਤੋਂ ਰਾਤ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਉਹ ਦੁਨੀ ਚੰਦ ਵੀ ਤਾਂ ਗੁਰੂ ਸਾਹਿਬ ਦੇ ਕੋਲ ਹੀ ਰਹਿੰਦਾ ਸੀ ਨਾ, ਮਹਾਰਾਜ ਜੀ ਦੇ ਕਿੰਨੇ ਬਚਨ ਵੀ ਸੁਣਦਾ ਸੀ, ਗੁਰੂ ਮਹਾਰਾਜ ਜੀ ਦੀ ਸੇਵਾ ਵੀ ਬਹੁਤ ਨੇੜੇ ਹੋ ਕੇ ਕਰਦਾ ਹੋਵੇਗਾ, ਪਰ ਅੰਦਰ ਕੋਈ ਗੁਰੂ ਪ੍ਰਤੀ ਭਰੋਸਾ ਤੇ ਨਾ ਬਣਿਆ, ਗੁਰੂ ਤੇ ਕੋਈ ਵਿਸ਼ਵਾਸ ਤਾਂ ਨਾ ਬਣਿਆ, ਗੁਰੂ ਦੇ ਪ੍ਰਤੀ ਕੋਈ ਸ਼ਰਧਾ ਤੇ ਨਾ ਬਣੀ। ਇਹ ਨਾ ਜਾਣਿਆ ਕਿ ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰੱਥ ਨੇ, ਮੈਨੂੰ ਤੱਕ ਵਡਿਆਈ ਦੇਣੀ ਹੈ, ਗੁਰੂ ਨੇ ਹਾਥੀ ਤਾਂ ਆਪੇ ਹੀ ਮਰਵਾ ਲੈਣਾ ਦਾਤੇ ਨੇ। ਜਿਸ ਵੇਲੇ ਰਾਤ ਨੂੰ ਇਹ ਗੱਲ ਹੋਈ ਤੇ ਸਾਰੇ ਤਾਂ ਨਾ ਗਏ, ਪਰ ਕੁਝ ਆਦਮੀ ਉਹਦੀ ਗੱਲ ਨਾਲ ਸਹਿਮਤ ਹੋ ਗਏ। ਉਹਨੇ ਰਾਤੋਂ ਰਾਤ ਕੁਝ ਆਦਮੀਆਂ ਨੂੰ ਉਸ ਕਿਲੇ ਤੋਂ ਜਿਹੜਾ ਸੀ ਥੱਲੇ ਰੱਸਾ ਲਮਕਾ ਕੇ ਉਤਰਦੇ ਗਏ। ਜਦੋਂ ਇਸ ਦੀ ਵਾਰੀ ਆਈ ਦੁਨੀ ਚੰਦ ਦੀ, ਇਹ ਉਤਰ ਲੱਗਿਆ, ਸਰੀਰ ਭਾਰਾ ਸੀ ਤੇ ਕਹਿਣ ਲੱਗੇ ਜਦੋਂ ਡਿੱਗਿਆ ਜ਼ਮੀਨ ਤੇ ਇਹਦੀ ਲੱਤ ਟੁੱਟ ਗਈ। ਕੁਝ ਵਿਦਵਾਨਾਂ ਦੀ ਰਾਏ ਆ ਵੀ ਇਹ ਉੱਥੇ ਹੀ ਮਰ ਗਿਆ, ਪਰ ਕੁਝ ਵਿਦਵਾਨ ਕਹਿੰਦੇ ਆ ਉੱਥੇ ਨਹੀਂ ਮਰਿਆ, ਇਹਨੂੰ ਚੁੱਕ ਕੇ ਇਹਦੇ ਨਾਲ ਦੇ ਅੰਮ੍ਰਿਤਸਰ ਲੈ ਆਏ ਸਨ, ਮੌਤ ਇਹਦੀ ਇੱਥੇ ਹੋਈ ਹੈ। ਖੈਰ ਦਿਨ ਚੜਿਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਣੀ ਜਾਣ ਦਿਲਾਂ ਦੀਆਂ ਜਾਣਨ ਵਾਲੇ ਸਿੱਖ ਨੇ ਆ ਕੇ ਦੱਸਿਆ, ਮਹਾਰਾਜ ਆਪਣਾ ਹਾਥੀ ਤਾਂ ਭੱਜ ਗਿਆ ਰਾਤ ਹੀ, ਮਹਾਰਾਜ ਆਪਣਾ ਹਾਥੀ ਰਾਤ ਹੀ ਭੱਜ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਜੇ ਹਾਥੀ ਭੱਜ ਗਿਆ ਤੇ ਸ਼ੇਰ ਤੋਂ ਮੁਕਾਬਲਾ ਕਰਾ ਦਿੰਨੇ। ਹੁਣ ਮਹਾਰਾਜ ਜੀ ਦਾ ਵੇਖੋ ਇਸ਼ਾਰਾ, ਕਹਿਣ ਲੱਗੇ ਜੇ ਹਾਥੀ ਭੱਜ ਗਿਆ ਨਾ ਹੁਣ ਸ਼ੇਰ ਤੋਂ ਮੁਕਾਬਲਾ ਕਰਾ ਦਿੰਨੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੇ ਕਹਿਣ ਲੱਗੇ, ਮਹਾਰਾਜ ਸ਼ੇਰ? ਕਹਿਣ ਲੱਗੇ ਹਾਂ, ਆਹ ਵੇਖੋ ਸਾਡੇ ਸਾਹਮਣੇ ਬੈਠਾ ਬਚਿੱਤਰ ਸਿੰਘ ਬੱਬਰ ਸ਼ੇਰ ਬੈਠਾ ਸਾਡੇ ਸਾਹਮਣੇ, ਇਹ ਹਾਥੀ ਦਾ ਮੁਕਾਬਲਾ ਕਰੇਗਾ। ਹੁਣ ਵੇਖੋ ਜਿਹਨੇ ਆਪਣੇ ਗੁਰੂ ਦੇ ਵਿੱਚ ਵਡਿਆਈ ਦੇਖੀ, ਜਿਹਨੇ ਆਪਣੇ ਗੁਰੂ ਦੇ ਵਿੱਚ ਗੁਣ ਦੇਖੇ, ਜਿਹਨੇ ਆਪਣੇ ਗੁਰੂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਤੱਕਿਆ ਹੈ, ਭਾਈ ਬਚਿੱਤਰ ਸਿੰਘ ਨੇ ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਤੇ ਇੱਕੋ ਦਮ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸਤਿਗੁਰੂ ਮੈਂ ਕੌਣ ਨਾ ਹਾਥੀ ਨੂੰ ਮਾਰਨ ਵਾਲਾ? ਦਾਤਾ ਇਹ ਤਾਂ ਤੂੰ ਭਲ ਦੇਣੀ ਹੈ, ਤੂੰ ਬਖਸ਼ਿਸ਼ ਦੇਣੀ ਹੈ, ਤੂੰ ਵਡਿਆਈ ਦੇਣੀ ਹੈ, ਤੂੰ ਮਾਣ ਦੇਣਾ ਹੈ ਆਪਣੇ ਸਿੱਖ ਨੂੰ। ਇਹ ਤਾਂ ਤੇਰੇ ਦਾਤਾ ਹੱਥ ਵਿੱਚ ਮਾਣ ਹੈ, ਤੂੰ ਮਾਣ ਦੇਣਾ ਹੈ, ਤੂੰ ਮਾਣ ਬਖਸ਼ਣਾ ਮੈਨੂੰ। ਦਾਤਾ ਹਾਥੀ ਨੂੰ ਮੈਂ ਕੌਣ ਹੁੰਦਾ ਮਾਰਨ ਵਾਲਾ? ਹਾਥੀ ਤਾਂ ਆਉਣਾ ਹੀ ਮਰਨ ਵਾਸਤੇ ਹੈ, ਉਹ ਹਾਥੀ ਨੇ ਕੱਲ ਨੂੰ ਆਉਣਾ ਹੀ ਮਰਨ ਵਾਸਤੇ ਹੈ। ਦਾਤਾ ਹਾਥੀ ਨੂੰ ਤੂੰ ਆਪ ਮਰਵਾਉਣਾ ਹੈ, ਪਰ ਵਡਿਆਈ ਤੂੰ ਆਪਣੇ ਸਿੱਖ ਨੂੰ ਦੇਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਗਣੀ ਦੇ ਕੇ ਤੋਰਿਆ। ਆਪਾਂ ਸਾਰੇ ਜਾਣਦੇ ਹਾਂ ਕਿ ਭਾਈ ਬਚਿੱਤਰ ਸਿੰਘ ਜੀ ਨੇ ਫਿਰ ਉਸ ਮਸਤ ਹਾਥੀ ਦੇ ਜਿਹੜਾ ਸੀ ਤਵੀ ਨੂੰ ਚੀਰਦਿਆਂ ਹੋਇਆ ਨਾਗਣੀ ਜਿਹੜੀ ਉਹਦੇ ਮੱਥੇ ਵਿੱਚ ਲੰਘ ਗਈ ਤੇ ਉਹ ਮਸਤ ਹਾਥੀ ਆਪਣੀਆਂ ਹੀ ਫੌਜਾਂ ਨੂੰ ਲਤਾੜਦਿਆਂ ਹੋਇਆਂ ਉਹਨਾਂ ਦਾ ਹੀ ਨੁਕਸਾਨ ਕਰਤਾ। ਹੁਣ ਤੁਸੀਂ ਤੱਕੋ ਕਿ ਭਾਈ ਬਚਿੱਤਰ ਸਿੰਘ ਦਾ ਤੇ ਦੁਨੀ ਚੰਦ ਦਾ ਗੁਰੂ ਮਹਾਰਾਜ ਜੀ ਦੇ ਕੋਲ ਤਾਂ ਦੋਨੋਂ ਹੀ ਰਹਿੰਦੇ ਨੇ ਨਾ, ਗੁਰੂ ਜੀ ਦੇ ਬਚਨ ਵੀ ਤਾਂ ਦੋਨੋਂ ਹੀ ਸੁਣਦੇ ਨੇ ਨਾ, ਗੁਰੂ ਮਹਾਰਾਜ ਜੀ ਦੀ ਸੇਵਾ ਵੀ ਤਾਂ ਦੋਨੋਂ ਹੀ ਕਰਦੇ ਨੇ। ਪਰ ਦੇਖੋ ਇੱਕ ਨੇ ਵੇਖ ਲਿਆ ਕਿ ਸਤਿਗੁਰ ਵੱਡਾ ਕਰਸਾ ਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਇੱਕ ਭਾਈ ਬਚਿੱਤਰ ਸਿੰਘ ਜਿਹੜਾ ਆਪਣੇ ਗੁਰੂ ਦੀ ਦਿਨ ਰਾਤ ਵਡਿਆਈ ਇਸ ਕਰਕੇ ਕਰਦਾ ਹੈ ਕਿ ਮੇਰੇ ਗੁਰੂ ਵਿੱਚ ਬਹੁਤ ਗੁਣ ਨੇ, ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ।
ਇੱਕ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿ ਲਓ ਕਿ ਆਮ ਸੁਧਾਰਨ ਹੀ ਫਿਰ ਸਮਝਿਆ ਹੋਵੇਗਾ ਨਾ ਦੁਨੀ ਚੰਦ ਨੇ। ਜੇ ਭਰੋਸਾ ਹੁੰਦਾ ਤੇ ਕਦੀ ਨਾ ਜਾਂਦਾ, ਇਹ ਕਹਿੰਦਾ ਹਾਂ ਮਹਾਰਾਜ ਜੇ ਤੁਸੀਂ ਕਹਿ ਦਿੱਤਾ ਹਾਥੀ ਹੈ ਤਾਂ ਸੱਚਮੁੱਚ ਮੈਂ ਹਾਥੀ ਬਣ ਕੇ ਮੁਕਾਬਲਾ ਕਰਾਂਗਾ। ਪਰ ਇਹ ਵਾਹਿਗੁਰੂ ਦੀ ਖੇਡ ਹੈ, ਜਿਹਨੂੰ ਸਤਿਗੁਰੂ ਮਹਾਰਾਜ ਨੇ ਵਡਿਆਈ ਦੇਣੀ ਹੈ ਉਸੇ ਨੂੰ ਇਹ ਮਾਣ ਮਿਲਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਸਿੱਖ ਨੂੰ ਭਰੋਸਾ ਆਪਣੇ ਗੁਰੂ ਤੇ ਵੱਧ ਜਾਂਦਾ ਹੈ ਨਾ, ਫਿਰ ਮੇਰਾ ਸਤਿਗੁਰੂ ਆਪਣੇ ਸਿੱਖ ਦੀ ਲਾਜ਼ ਵੀ ਰੱਖਦਾ ਹੈ। ਜਦੋਂ ਸਿੱਖ ਨੂੰ ਭਰੋਸਾ ਵੱਧ ਜਾਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਫਿਰ ਕੀ ਗੁਰੂ ਆਪਣੇ ਸਿੱਖ ਦੀ ਲਾਜ਼ ਨਹੀਂ ਰੱਖਦਾ? ਗੁਰੂ ਆਪਣੇ ਸਿੱਖ ਦੀ ਪੈਜ ਨਹੀਂ ਰੱਖਦਾ? ਮੇਰੇ ਸਾਹਿਬ ਜੀ ਦੇ ਬਚਨ ਨੇ ਸੁਖਮਨੀ ਸਾਹਿਬ ਦੀ ਬਾਣੀ 'ਚ ਕਹਿੰਦੇ ਸਿੱਖ ਨੂੰ ਪੂਰਨ ਤੌਰ ਤੇ ਭਰੋਸਾ ਹੋਵੇ ਆਪਣੇ ਸਤਿਗੁਰੂ ਪੂਰੇ ਦੇ ਉੱਤੇ ਤੇ ਮੇਰਾ ਪੂਰਾ ਸਤਿਗੁਰੂ ਉਹਦੇ ਤੇ ਕਿੰਨੀਆਂ ਕੁ ਰਹਿਮਤਾਂ ਵਰਤਾਉਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਬਚਨ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਾਹਿਬ ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਮਰੱਥ ਗੁਰੂ ਦੀ ਕੀ ਨਿਸ਼ਾਨੀ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ, ਸਤਿਗੁਰ ਸਿੱਖ ਕੋ ਜੀ ਨਾਲ ਸਵਾਰੇ। ਇੰਨੀ ਵਡਿਆਈ ਮੇਰਾ ਸਤਿਗੁਰੂ ਆਪਣੇ ਸਿੱਖ ਨੂੰ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੁੱਛ ਕੇ ਵੇਖੀਏ, ਭਾਈ ਸਾਹਿਬ ਜੀ ਤੁਸੀਂ ਸਤਿਗੁਰੂ ਦੀ ਵਡਿਆਈ, ਸਤਿਗੁਰੂ ਦੀ ਵਿਆਖਿਆ ਕਿਹੜੇ ਸ਼ਬਦਾਂ 'ਚ ਕਰਦੇ ਹੋ? ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਬੜੇ ਸੋਹਣੇ ਸ਼ਬਦਾਂ 'ਚ ਵਿਆਖਿਆ ਕੀਤੀ। ਭਾਈ ਗੁਰਦਾਸ ਜੀ ਕਹਿੰਦੇ ਮੈਂ ਆਪਣੇ ਸਤਿਗੁਰੂ ਦੀ ਵਡਿਆਈ ਤੇ ਸਿਫਤ ਇਸ ਤਰ੍ਹਾਂ ਕਰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਮੇਰੇ ਸਤਿਗੁਰੂ ਦੇ ਵਰਗਾ ਇਸ ਲੋਕ ਦੀ ਗੱਲ ਛੱਡੋ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਧਰ ਸੂਰਜ ਛਿਪਦਾ ਹੈ, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਮੇਰੇ ਸਤਿਗੁਰੂ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਵੇਖੋ ਕਿੰਨਾ ਭਰੋਸਾ ਭਾਈ ਗੁਰਦਾਸ ਜੀ ਨੂੰ ਆਪਣੇ ਗੁਰੂ ਦੇ ਉੱਤੇ। ਕਹਿਣ ਲੱਗੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਸਾਰੇ ਬ੍ਰਹਿਮੰਡਾਂ ਦੀ ਭਾਲ ਕਰਕੇ ਦੇਖ ਲਓ, ਤੁਹਾਨੂੰ ਪੂਰੇ ਸਤਿਗੁਰੂ ਵਰਗਾ ਕਿਤੇ ਨਹੀਂ ਮਿਲੇਗਾ। ਤੇ ਭਾਈ ਗੁਰਦਾਸ ਨੇ ਉਸ ਪੌੜੀ ਵਿੱਚ ਇਹ ਸ਼ਬਦ ਕਿਹਾ ਹੈ, ਕਹਿਣ ਲੱਗੇ ਕੁਝ ਲੋਕ ਭੁਲੇਖਾ ਖਾ ਜਾਂਦੇ ਨੇ। ਭੁਲੇਖਾ ਕੀ? ਕਿਉਂਕਿ ਭਾਈ ਸਾਹਿਬ ਦੇ ਸਾਹਮਣੇ ਇਹ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਰਾ ਪ੍ਰਿਥੀ ਚੰਦ ਵੀ ਤਾਂ ਗੁਰੂ ਬਣ ਕੇ ਬੈਠ ਗਿਆ ਸੀ ਤੇ ਭਾਈ ਸਾਹਿਬ ਨੇ ਉਸ ਵੇਲੇ ਪੌੜੀ ਉਚਾਰੀ ਹੈ। ਕਹਿਣ ਲੱਗੇ ਕੁਝ ਲੋਕ ਭੁਲੇਖਾ ਖਾ ਜਾਂਦੇ ਨੇ ਤੇ ਭੁਲੇਖਾ ਖਾ ਕੇ ਜਦੋਂ ਅਧੂਰੇ ਵਾਲੇ ਬੰਨੇ ਤੁਰ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਅਧੂਰਿਆਂ ਦੀ ਵਡਿਆਈ ਅਧੂਰੇ ਲੋਕ ਕਰਦੇ ਨੇ ਆਪਣੇ ਗੁਰੂ ਦੀ ਵਡਿਆਈ। ਪਰ ਭਾਈ ਸਾਹਿਬ ਕਹਿੰਦੇ ਜੇ ਕੋਈ ਅਧੂਰੇ ਦੀ ਵਡਿਆਈ ਕਰਦਾ ਤਾਂ ਮੈਂ ਉਹਦੀ ਵਡਿਆਈ ਨੂੰ ਕਿਵੇਂ ਲੈਣਾ? ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਕੋਈ ਇਹ ਕਹਿੰਦਾ ਹੋਵੇ ਕਿ ਅੰਬ ਦੇ ਸਵਾਦ, ਅੰਬ ਖਾਣ ਨਾਲ ਤਾਂ ਰਸ ਆਉਂਦਾ, ਸਵਾਦ ਆਉਂਦਾ, ਪਰ ਕਿਸੇ ਬੰਦੇ ਨੇ ਖਾਧੀਆਂ ਹੋਣ ਖੱਟੀਆਂ ਅੰਬੀਆਂ ਤੇ ਲੋਕਾਂ 'ਚ ਪ੍ਰਚਾਰ ਕਰਦਾ ਫਿਰੇ ਕਿ ਭਈ ਬੱਲੇ ਬੱਲੇ ਅੰਬ ਦਾ ਬੜਾ ਰਸ ਆਇਆ, ਬੜਾ ਸਵਾਦ ਆਇਆ। ਅੱਜ ਭਾਈ ਸਾਹਿਬ ਕਹਿੰਦੇ ਹੋਵੇ ਖੱਟੀ ਅੰਬੀ, ਪ੍ਰਚਾਰ ਕਰੇ ਉਹ ਅੰਬ ਦਾ ਕਿ ਉਹਦੇ ਵਿੱਚੋਂ ਮਿਠਾਸ ਬੜੀ ਆਈ ਹੈ। ਭਾਈ ਸਾਹਿਬ ਕਹਿੰਦੇ ਕਦੀ ਉਸ ਬੰਦੇ ਤੇ ਭਰੋਸਾ ਨਾ ਕਰਿਓ ਜੇ, ਕਿਉਂਕਿ ਖੱਟੀਆਂ ਅੰਬੀਆਂ ਦੇ ਵਿੱਚੋਂ ਅੰਬ ਦਾ ਰਸ ਸਵਾਦ ਨਹੀਂ ਆਉਂਦਾ। ਇਸ਼ਾਰਾ ਉਹਨਾਂ ਦਾ ਪੂਰੇ ਗੁਰੂ ਤੇ ਅਧੂਰੇ ਦੀ ਗੱਲ ਵੱਲੇ ਹੈ। ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਕਿ ਇਹ ਤਾਂ ਇਉਂ ਹੈ ਜਿਵੇਂ ਕੋਈ ਬੰਦਾ ਇਹ ਕਵੇ ਆਪਣੇ ਮਾਂ-ਬਾਪ ਦੀ ਗੋਦ ਨੂੰ ਛੱਡ ਕੇ ਤੇ ਲੋਕਾਂ 'ਚ ਪ੍ਰਚਾਰ ਕਰਦਾ ਫਿਰੇ ਕਿ ਗਵਾਂਢੀਆਂ ਤੋਂ ਮੈਨੂੰ ਬੜਾ ਪਿਆਰ ਮਿਲਦਾ, ਇੰਨਾ ਪਿਆਰ ਕਿ ਮੇਰਾ ਮਾਂ-ਬਾਪ ਵੀ ਨਹੀਂ ਕਰਦਾ ਜਿੰਨਾ ਪਿਆਰ ਮੈਨੂੰ ਗਵਾਂਢੀ ਕਰਦੇ। ਭਾਈ ਸਾਹਿਬ ਕਹਿੰਦੇ ਕਦੀ ਵੀ ਉਸ ਬੰਦੇ ਤੇ ਯਕੀਨ ਨਾ ਕਰਿਓ, ਕਿਉਂਕਿ ਮਾਂ-ਬਾਪ ਵਾਲਾ ਜਿਹੜਾ ਪਿਆਰ ਹੈ ਇਹ ਸਾਨੂੰ ਹੋਰ ਕਿਤੋਂ ਵੀ ਨਹੀਂ ਮਿਲ ਸਕਦਾ। ਭਾਈ ਗੁਰਦਾਸ ਜੀ ਦਾ ਇਸ਼ਾਰਾ ਫਿਰ ਪੂਰੇ ਤੇ ਅਧੂਰੇ ਵੱਲੇ ਹੈ। ਤੀਸਰੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਕੋਈ ਬੰਦਾ ਇਹ ਕਵੇ ਕਿ ਚੰਦਨ ਵਿੱਚੋਂ ਤਾਂ ਸੁਗੰਧੀ ਮਿਲਦੀ ਹੈ, ਸਾਰਿਆਂ ਨੂੰ ਪਤਾ ਹੈ ਕਿ ਚੰਦਨ ਜਿਸ ਬਾਗ ਵਿੱਚ ਹੋਵੇ ਉਸ ਬਾਗ ਦੇ ਜਿੰਨੇ ਬੂਟੇ ਹੋਣ ਸਾਰਿਆਂ 'ਚੋਂ ਸੁਗੰਧੀ ਆ ਜਾਂਦੀ ਹੈ। ਤੇ ਭਾਈ ਸਾਹਿਬ ਕਹਿੰਦੇ ਕੋਈ ਬੰਦਾ ਇਹ ਕਵੇ ਅੱਜ ਬਾਂਸ ਦਾ ਰੁੱਖ ਮੈਂ ਦੇਖਿਆ ਤੇ ਮੈਂ ਬਾਂਸ ਦੇ ਰੁੱਖ ਦੇ ਨੇੜੇ ਗਿਆ ਤੇ ਬੜੀ ਸੁਗੰਧੀ ਆਈ। ਭਾਈ ਸਾਹਿਬ ਕਹਿੰਦੇ ਝੂਠਾ ਹੈ ਉਹ ਬੰਦਾ, ਕਿਉਂਕਿ ਬਾਂਸ ਦੇ ਵਿੱਚੋਂ ਤਾਂ ਸੁਗੰਧੀ ਕਦੀ ਆ ਹੀ ਨਹੀਂ ਸਕਦੀ। ਉਹਨੂੰ ਇੱਕ ਗੰਢਾ ਹੁੰਦੀ ਹੈ, ਇੱਕ ਪੋਲਾ ਹੁੰਦਾ ਹੈ ਅੰਦਰ ਦਾ, ਜਿਹਦਾ ਕਰਕੇ ਉਹਦੇ ਵਿੱਚੋਂ ਸੁਗੰਧੀ ਨਹੀਂ ਮਿਲ ਸਕਦੀ। ਭਾਈ ਸਾਹਿਬ ਜੀ ਕਹਿੰਦੇ ਨੇ ਅਗਲੀ ਪੰਕਤੀ ਵਿੱਚ ਕਿ ਜਿਵੇਂ ਕੋਈ ਬੰਦਾ ਇਹ ਕਵੇ ਕਿ ਜੇ ਕੋਈ ਗੱਲ ਨਹੀਂ ਸੂਰਜ ਨਹੀਂ ਚੜਿਆ ਤੇ ਫਿਰ ਕੀ ਹੋਇਆ? ਜੇ ਸੂਰਜ ਨਹੀਂ ਚੜਿਆ ਤੇ ਫਿਰ ਕੀ ਹੋ ਗਿਆ? ਆਪਾਂ ਦੀਵੇ ਜਗਾ ਕੇ ਅੱਜ ਇੰਨੀ ਰੌਸ਼ਨੀ ਕਰ ਦਿੱਤੀ ਹੈ, ਇੰਨੀ ਰੌਸ਼ਨੀ ਕਰ ਦਿੱਤੀ ਵੀ ਸੂਰਜ ਨਹੀਂ ਚੜਿਆ ਤੇ ਉਹਨਾਂ ਚਾਨਣ ਆਪਾਂ ਦੀਵਿਆਂ ਨੇ ਕਰਤਾ। ਭਾਈ ਸਾਹਿਬ ਕਹਿੰਦੇ ਕਦੀ ਉਸ ਬੰਦੇ ਦਾ ਯਕੀਨ ਨਾ ਕਰੋ ਜਿਹੜਾ ਇਹ ਕਹਿੰਦਾ ਵੀ ਸੂਰਜ ਜਿੰਨੀ ਰੌਸ਼ਨੀ ਮੈਂ ਦੀਵੇ ਜਗਾ ਕੇ ਕਰ ਲਵਾਂਗਾ। ਫਿਰ ਇਸ਼ਾਰਾ ਪੂਰੇ ਤੇ ਅਧੂਰੇ ਵੱਲੇ ਹੈ। ਚੌਥੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਕੋਈ ਬੰਦਾ ਇਹ ਕਵੇ ਔੜ ਲੱਗੀ ਹੈ ਤੇ ਬਰਸਾਤ ਨਹੀਂ ਹੋਈ ਕੁਝ ਦਿਨ
ਤੇ ਭਾਈ ਸਾਹਿਬ ਕਹਿੰਦੇ ਕੋਈ ਇਹ ਕਹਿੰਦਾ ਕੋਈ ਗੱਲ ਨਹੀਂ ਬਰਸਾਤ ਨਹੀਂ ਹੋਈ ਤੇ ਫਿਰ ਕਿਹੜੀ ਗੱਲ ਹੈ, ਆਪਾਂ ਦੇਖੋ ਖੂਹ ਜੋ ਲੈਨੇ ਆ ਤੇ ਉਸ ਖੂਹ ਦੇ ਨਾਲ ਪੈਲੀ ਆਪਾਂ ਸਿੰਜ ਲੈਨੇ, ਪਾਣੀ ਪਾਣੀ ਹੋ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਪਾਣੀ ਬਰਸਾਤ ਨਾਲ ਇੰਦਰ ਨੇ ਚੰਦ ਘੜੀਆਂ ਵਿੱਚ ਕਰ ਦੇਣਾ, ਇੰਨਾ ਪਾਣੀ ਤੇ ਬੰਦਾ 100 ਸਾਲ ਲੱਗਾ ਰਵੇ, 100 ਖੂਹ ਲਾ ਕੇ ਲੱਗਾ ਰਵੇ, ਇੰਨਾ ਪਾਣੀ ਕਦੀ ਹੋ ਨਹੀਂ ਸਕਦਾ। ਪਰ ਜੇ ਕੋਈ ਇਹ ਕਵੇ ਉਸ ਬਰਸਾਤ ਦਾ ਮੁਕਾਬਲਾ ਮੈਂ ਖੂਹ ਲਾ ਕੇ ਕਰ ਲਵਾਂਗਾ, ਭਾਈ ਸਾਹਿਬ ਕਹਿੰਦੇ ਨਹੀਂ ਹੋ ਸਕਦਾ। ਅਖੀਰਲੀਆਂ ਪੰਕਤੀਆਂ ਵਿੱਚ ਭਾਈ ਗੁਰਦਾਸ ਨੇ ਕਿਹਾ, ਕਹਿਣ ਲੱਗੇ ਜੇ ਕੋਈ ਕਹਿੰਦਾ ਕਿ ਮੇਰੇ ਕੱਚੇ ਗੁਰੂ ਵਿੱਚ ਬੜੀ ਸਮਰੱਥਾ ਹੈ, ਮੇਰੇ ਅਧੂਰੇ ਗੁਰੂ ਵਿੱਚ ਬੜੀ ਸਮਰੱਥਾ ਹੈ, ਭਾਈ ਸਾਹਿਬ ਜੀ ਕਹਿੰਦੇ ਕੋਈ ਦੇਵੀ ਦੇਵਤਿਆਂ ਦੀ ਵਡਿਆਈ ਕਰਦਾ ਹੈ, ਮੇਰੀ ਦੇਵੀ ਦੇਵਤੇ ਵਿੱਚ ਬਹੁਤ ਵਡਿਆਈ ਹੈ। ਭਾਈ ਗੁਰਦਾਸ ਕਹਿੰਦੇ ਨਾ ਕੋਈ ਦੇਵੀ ਦੇਵਤਾ ਨਾ ਕੋਈ ਅਧੂਰਾ ਗੁਰੂ, ਪੂਰੇ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ। ਇਹ ਸੀ ਵਿਆਖਿਆ। ਤੇ ਭਾਈ ਸਾਹਿਬ ਦੇ ਸ਼ਬਦ ਨੇ, ਆਮ ਕੀ ਸਦਰਕਤ ਨਾ ਮਿਟਤ ਆਮਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਦਕਤ ਪਾਈਅਤ ਨਾ ਪੋਖਰ ਸੇ। ਇੱਕ ਪੰਕਤੀ ਰਹਿ ਗਈ ਵਿੱਚੋਂ। ਸਾਗਰ ਦਾ ਭਾਵ ਹੈ ਕਿ ਸਮੁੰਦਰ, ਤੇ ਪੋਖਰ ਦਾ ਅਰਥ ਹੈ ਛੱਪੜ। ਭਾਈ ਸਾਹਿਬ ਕਹਿੰਦੇ ਕੋਈ ਕਵੇ ਕਿ ਮੈਨੂੰ ਛੱਪੜ ਚੋਂ ਹੀਰੇ ਮਿਲ ਗਏ, ਕਦੀ ਛੱਪੜਾਂ ਚੋਂ ਹੀਰੇ ਨਹੀਂ ਮਿਲਦੇ, ਸਾਗਰਾਂ ਚੋਂ ਮਿਲਦੇ ਨੇ। ਸਾਗਰ ਕੀ ਨਿਦਕਤ ਪਾਈਅਤ ਨਾ ਪੋਖਰ ਸੈ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਬਰਖਾ ਸਮਾਨ ਪੂਜਸਨਾ ਕੂਪ ਜਲ। ਕੂਪ ਤੋਂ ਭਾਵ ਹੈ ਖੂਹ। ਇੰਦਰ ਬਰਖਾ ਸਮਾਨ ਪੂਜਸਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਏ। ਤੇ ਅਖੀਰ ਵਿੱਚ ਕਹਿੰਦੇ ਸ਼੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੇ ਅਸਤ ਲੋਤਾਈਏ। ਖੰਡ ਬ੍ਰਹਿਮੰਡ ਉਦੇ ਅਸਤ, ਉਦੇ ਤੋਂ ਭਾਵ ਸੂਰਜ ਚੜ੍ਹਨਾ, ਅਸਤ ਤੋਂ ਭਾਵ ਹੈ ਅਸਤ ਜਾਣਾ। ਭਾਈ ਸਾਹਿਬ ਜੀ ਕਹਿੰਦੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਮੈਂ ਧਿਆਨ ਮਾਰ ਕੇ ਦੇਖ ਲਿਆ ਕਿ ਮੇਰੇ ਸਤਿਗੁਰੂ ਵਰਗਾ ਕੋਈ ਨਹੀਂ। ਇੰਨਾ ਵਿਸ਼ਵਾਸ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਪਣੇ ਪੂਰੇ ਗੁਰੂ ਉੱਤੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਆਪਣੇ ਗੁਰੂ ਦੀ ਵਡਿਆਈ ਕਰੋ, ਆਪਣੇ ਗੁਰੂ ਨੂੰ ਵਾਹ ਵਾਹ ਕਹਿਣਾ ਚਾਹੀਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਵੱਡੀਆਂ ਵਡਿਆਈਆਂ ਦੇ ਅਰਥ ਵਿਦਵਾਨਾਂ ਕੀਤੇ, ਜਿਹਦੇ ਵਿੱਚ ਗੁਣ ਹੀ ਗੁਣ ਨੇ ਆਪਣੇ ਸਤਿਗੁਰੂ ਵਿੱਚ। ਕਿੰਨੇ ਕੁ ਗੁਣ ਨੇ ਮੇਰੇ ਮਾਲਕ ਅੰਦਰ, ਗਿਣੇ ਤਾਂ ਨਹੀਂ ਜਾ ਸਕਦੇ, ਕੋਈ ਗਿਣਤੀ ਤਾਂ ਨਹੀਂ ਹੋ ਸਕਦੀ। ਮੇਰੇ ਸਾਹਿਬ ਜੀ ਕਹਿੰਦੇ ਜਿਹਵਾ ਏਕ ਅਨੇਕ ਗੁਣ। ਇੱਕ ਜੀਵ ਅਨੇਕਾਂ ਗੁਣਾਂ ਦੀ ਕੀ ਵਿਆਖਿਆ ਕਰ ਸਕਦੀ ਹੈ? ਜਿਹਵਾ ਏਕ ਅਨੇਕ ਗੁਣ। ਇਹ ਜੋ ਫੱਗਣ ਦਾ ਮਹੀਨਾ ਚੜਿਆ, ਇਸੇ ਦੀ ਇਹ ਪੰਕਤੀ ਹੈ ਕਿ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਭਈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਸਤਿਗੁਰੂ ਦੀ ਵਡਿਆਈ ਕਿੰਨੀ ਕੁ ਕਰਾਂ, ਇੱਕ ਜੀਵ ਨਾਲ ਕਿੰਨੀ ਕੁ ਵਡਿਆਈ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸਤਿਗੁਰੂ ਨੂੰ ਵੱਡਾ ਕਿਹਾ, ਖੁਦ ਆਪ। ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਸਾਨੂੰ ਸਾਰਿਆਂ ਨੂੰ ਯਾਦ ਨੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੋਰ ਗੁਰੂ ਦੇ ਵਿੱਚ ਕਿੰਨੇ ਕੁ ਗੁਣ ਨੇ। ਨਾਲ ਨਾਲ ਇਤਿਹਾਸ ਤੇ ਨਾਲ ਬਾਣੀ ਦੋਨੋਂ ਪੱਖ ਲੈ ਕੇ ਚੱਲਦੇ ਆ ਮੈਂ। ਆਓ ਫਿਰ ਭੱਟਾਂ ਦੇ ਸਵਈਆਂ ਵਿੱਚੋਂ ਬਾਣੀ ਦੇ ਨਾਲ ਜੁੜੀਏ। ਭੱਟ ਸਾਹਿਬਾਨ ਕਹਿੰਦੇ ਨੇ ਪਿਆਰਿਓ ਕਿੰਨੇ ਕੁ ਗੁਰੂ ਦੇ ਵਿੱਚ ਗੁਣ ਨੇ, ਕਿੰਨੇ ਕੁ ਗੁਣ ਬਿਆਨ ਕਰ ਸਕੀਏ, ਕਹਿੰਦੇ ਹੋ ਨਹੀਂ ਸਕਦੇ। ਪਰ ਕੁਝ ਭੱਟ ਸਾਹਿਬਾਨ ਕਹਿੰਦੇ ਕੁਝ ਕੁ ਅਸੀਂ ਦੱਸ ਦਿੰਦੇ ਆ ਤੁਹਾਨੂੰ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼੍ਰਵਣੇ ਸੁਣਿਓ। ਗੁਰੂ ਦੀ ਵਡਿਆਈ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼੍ਰਵਣੇ ਸੁਣਿਓ। ਇੱਥੇ ਕੱਚੋ ਦਾ ਅਰਥ ਹੈ ਕੱਚ, ਕੰਚਨ ਦਾ ਅਰਥ ਹੈ ਸੋਹਣਾ। ਭੱਟ ਸਾਹਿਬਾਨ ਕਹਿੰਦੇ ਵੀ ਜੋ ਅਸੀਂ ਦੇਖਿਆ ਮਹਾਰਾਜ ਜੀ ਦੇ ਨੇੜੇ ਆ ਕੇ, ਕਹਿੰਦੇ ਕੱਚ ਵਰਗੇ ਜਿਹੜੇ ਲੋਕਾਂ ਦੇ ਜੀਵਨ ਨੇ ਗੁਰੂ ਨਾਲ ਜੁੜਨ ਕਰਕੇ ਕੰਚਨ ਵਰਗੇ ਬਣ ਜਾਂਦੇ ਆ, ਸੁੰਦਰ ਬਣ ਜਾਂਦੇ ਆ, ਸੋਹਣੇ ਵਰਗੇ ਬਣ ਜਾਂਦੇ ਆ। ਕੱਚ ਟੁੱਟ ਜਾਵੇ ਤੇ ਲੋਕੀ ਰੂੜੀ ਤੇ ਸੁੱਟ ਦਿੰਦੇ ਨੇ, ਪਰ ਸੋਨਾ ਟੁੱਟ ਜਾਵੇ ਲੋਕੀ ਰੂੜੀ ਤੇ ਨਹੀਂ ਸੁੱਟਦੇ, ਉਹਨੂੰ ਸੁਨਿਆਰੇ ਕੋਲੇ ਲਿਜਾ ਕੇ ਉਸ ਨੂੰ ਫਿਰ ਦੁਬਾਰਾ ਗੰਢਾਇਆ ਜਾਂਦਾ। ਜੋ ਮਰਜ਼ੀ ਉਹਦਾ ਬਣਵਾਇਆ ਜਾ ਸਕਦਾ ਹੈ। ਇਹਦਾ ਭਾਵ ਇਹ ਬਣਦਾ ਐ ਸਿੱਖਾ ਜਦੋਂ ਤੂੰ ਗੁਰੂ ਨਾਲ ਜੁੜ ਜਾਏਗਾ, ਗੁਰੂ ਤੈਨੂੰ ਕੰਚਨ ਤੇ ਸੋਨੇ ਵਰਗਾ ਬਣਾ ਦੇਗਾ। ਜੇ ਕਿਤੇ ਤੇਰੇ ਵਿੱਚ ਕੋਈ ਥੋੜੀ ਬਹੁਤੀ ਤਰੇੜ ਆਵੇ ਵੀਗੀ ਤੂੰ ਫਿਰ ਗੁਰੂ ਦੇ ਕੋਲੇ ਆਵੀਂ। ਗੁਰੂ ਬੜਾ ਬਖਸ਼ਿੰਦਾ ਹੈ, ਬਖਸ਼ਣਹਾਰ ਹੈ। ਫਿਰ ਤੈਨੂੰ ਗੰਢ ਲਵੇਗਾ, ਫਿਰ ਗੰਢ ਲਵੇਗਾ। ਤੂੰ ਕਿੰਨੀਆਂ ਵੀ ਗਲਤੀਆਂ ਕਰਦਾ ਹੈ ਤੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਗੁਰੂ ਮਾਂ ਵਰਗਾ ਪਿਆਰ ਦੇ ਕੇ ਹਰ ਵਾਰੀ ਬਖਸ਼ੀ ਜਾਂਦਾ, ਹਰ ਵਾਰੀ ਬਖਸ਼ੀ ਜਾਂਦਾ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਹੀ ਬਚਨ ਹੈ। ਸਾਹਿਬ ਜੀ ਕਹਿੰਦੇ ਨੇ ਜੈਸਾ ਬਾਲਕ ਭਾਏ ਸੁਭਾਈ, ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਗੁਰੂ ਇੰਨਾ ਬਖਸ਼ੰਦ ਹੈ, ਬਖਸ਼ੀ ਜਾਂਦਾ, ਸਿੱਖ ਨੂੰ ਬਖਸ਼ੀ ਜਾਂਦਾ। ਮੇਰੇ ਸਾਹਿਬ ਜੀ ਦੀ ਵਡਿਆਈ ਕਰਦੇ ਆ ਭੱਟ ਸਾਹਿਬਾਨ ਕਹਿੰਦੇ ਨੇ
कच्चो कंचन भयो शब्द गुर श्रवणे सुनियो। भाई गुरु का शब्द जो कन्ना विच पिया ना, कह लगे जीवन ही बदल गया। गुरु ने कच तो कंचन वर्गे बना दिता। शब्द गुर श्रवणे सुनियो, कहते बिख ते अमृत होयो। जहर वर्गा जिहड़ा जीवन सी गुरु ने उन्होंने अमृत वर्गा बना दिता। जेड़े जीवन विचों, जिस शरीर दे विचों, जिस जुबान विचों हर वेले जहर निकलदा सी, कन्ना विच ही जहर पिया जांदा सी, भट्ट साहबान कहंदे विकारां ने जीवन नूं जहर बना के रख दिता सी। ते गुरु दा शब्द कन्ना विच पिया ते गुरु ने की कृपा कर दी। कहण लगे गुरु ने जहर अंदर दा कढ के उन्हें ये कृपा करती कि अमृत वर्गा जीवन बना दिता। दृष्टि दे विच भी अमृत, बोलां विच भी अमृत, कानां विच भी अमृत। कहण लगे हुण तां अमृत ही वर्गा जीवन गुरु ने कर दिता है। यह है पूरे सतगुरु की वडियाई। भट्ट साहबान कहंदे कच्चो कंचन भयो शब्द गुर श्रवणे सुनियो, बिख ते अमृत होयो नाम सतगुर मुख भणियो। कहंदे लोहो होयो लाल, कहंदे गुरु लोहे नूं लाल बना दिंदा है। लोहो होयो लाल पर कदों नदर सतगुर जद धारै। पाहन मानक करे, पान का अर्थ है पत्थर, मानक का अर्थ है कीमती लाल, कीमती हीरा। कह लगे गुरु पत्थर तो मानक कीमती हीरिया वर्गा जीवन बना दिंदा है। पाहन मानक करियो ज्ञान गुर कहो विचारे। कहते काठो श्रीखंड सतगुर किए दुख दरिद्र, तिन कह गए सतगुर चरण जिन परसिया से पास प्रेद सुर नार भय। कह लगे जिन्हें सतगुरु दे पूरे दे चरण परस लै, उन्होंने मेरे सतगुरु ने पशु प्रेत वर्गी जिहड़ी दृष्टि सी, ओदी सोच सी, मेरे सतगुरु ने देवतियां वर्गी बना दी। सतगुरु महाराज जी गुरु अर्जन देव जी ने भी ये शब्द वरतिया पूरे सतगुरु की वडियाई विच कि मृतक को पायो तन सासा बिशरत आन मिलाया। पशु प्रेत मुग्ध पै सरोते हर नामा मुख गाया, पूरे गुर की देख बढ़ाई। होर भी बड़े गुरबाणी के शब्द ने पिंगल पर्वत पार परै खर चतुर बकीता, अंधले तेरे भवन सोझिया गुर भेट पुनीता। महिमा साधु सांकी सुनो मेरे मीता। भाई पूरे सतगुरु की जिहड़ी संगत भी है ਉਹਦੇ ਵਿੱਚ भी एड्डी वड्डी ताकत है। जिथे पूरा सतगुरु है उथे पूरे सतगुरु दे विच बैठी हुई जिहड़ी संगत है ਉਹਦੇ ਵਿੱਚ कोई जीव चलिया जाए तो गुरु अर्जन देव जी कहते इउं समझ लो जिवें पिंगला पहाड़ी ते चढ़ सकता है, इस तरह का जीवन तब्दील हो जाता। जिवें गूंगा बंदा बोलन लग पिया होवे, इस संगत में जाके भाव पिंगले तो पहाड़ी ते चढ़ना, गूंगे तो बोलन का मतलब ये बनता है कि जिवें मनुख क्योंकि एक अवगट घाटी राम की ते चढ़ रहे हो कबीर, धर्म के मार्ग वाले बनन औखी घाटी किया है। इत्थे बहुत कुछ छड्डना पैंदा जीव नूं ते बहुत कुछ ग्रहण करना पैंदा है। मन दे एक पासे तो मन नूं ला के बुराइयां वाले बन्ने तो मन नूं ला के चंगियाइयां वाले बन्ने लाया जाता है। बस यही विच कठिन काम है जिहड़ा गुरु दे राही गुरु ही करवाउंदा है। सतगुरु गरीब नवाज पातशाह महाराज जी कहते उहदी संगत विच भी गुरु पूरे की संगत विच भी कोई चलिया जाता तो पूरे सतगुरु की संगत भी उस जीव नूं महान बना देंदी है। आओ फिर इतिहास विचों साखी ताकि पूरी साडी पकड़ बन जाए कि असीं अपने सतगुरु की क्यों वडियाई ते सिफत करते हैं, क्योंकि साडे गुरु विच गुण ही इन्ने ने, गुण ही इन्ने ने, उन्हां नूं सारी जिंदगी बंदा लगा रहे बयान ही नहीं कर सकता। धन गुरु गोबिंद सिंह सच्चे पातशाह महाराज जी आगरे गए तो मेरे गरीब नवाज पातशाह महाराज जी नूं बहादुर शाह ने धन गुरु गोबिंद सिंह सच्चे पातशाह नूं मिलना चाहया। देखियो जी जिन्हां ने अपने पूरे सतगुरु दे विच परमेश्वर रूप देखिया, जिन्हां नूं अपने पूरे सतगुरु उत्ते भरोसा हुंदा है ते सतगुरु उन्हां सिखां दे राही किन्नी कुछ वडियाई प्रगट कर दिंदे ने। अपनी गुरु की वडियाई सिख राही किन्नी कुछ प्रगट हो जाती है। बहादुर शाह ने धन गुरु गोबिंद सिंह नूं मिलना चाहया, सतगुरु आगरे मिले, विचार वटांदरा बड़ा उत्थे होया। इत्थे ही वो घटना है जिहड़ी धन गुरु गोबिंद सिंह महाराज नूं एक मौलवी बार बार कहिंदा सी, महाराज करामात विखाओ, करामात विखाओ। इत्थे ही गुरु गोबिंद सिंह महाराज जी ने कहा सी बादशाह वाले इशारा करके ये करामात है, फिर पैसे सुट के कहा सी मोहरां वाले ये करामात है, तो वह कहता सी महाराज मैं तुहाडी करामात वेखनी चाहुंदा है। तो गुरु गोबिंद सिंह महाराज ने श्री साहब अपनी म्यान चो बाहर कढ़ के कह लगे उरे आ फिर नेड़े हो तैनूं दसां फिर करामात की हुंदी है। ये सब तो वड्डी फिर करामात आ है, चाहां तो हुणे मैं बहादुर शाह नूं कतल करके तख्त दे उत्ते जिन्नूं मर्जी बिठा सकदा हां, जे तू मेरी करामात वेखनी चाहुंदा तो फिर सब तो वड्डी करामात ये है। एकदम वो फिर शिबा पै गया, बैठ गया चुप करके, मुड़ के नहीं बोलिया। इत्थों की घटना है। बहादुर शाह ने धन गुरु गोबिंद सिंह महाराज जी नूं इस तरह भी रस विच वेखिया ते उस वेले एक बहादुर शाह ने धन गुरु गोबिंद सिंह महाराज जी नूं क्या कहंदे, महाराज तुसीं एडे सूरबीर बहादुर बली योधे हो,
ਤੇ ਮਹਾਰਾਜ ਤੁਹਾਡੇ ਤੋਂ ਪਹਿਲਾਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਾਰੇ ਵੀ ਅਸੀਂ ਇਹ ਸੁਣ ਚੁੱਕੇ ਹਾਂ ਕਿ ਬਾਦਸ਼ਾਹ ਜਹਾਂਗੀਰ ਦੇ ਨਾਲ ਇੱਕ ਵਾਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਜਾ ਰਹੇ ਸਨ ਤੇ ਅੱਗੋਂ ਇੱਕ ਸ਼ੇਰ ਆਇਆ ਤੇ ਉਸ ਵੇਲੇ ਜਹਾਂਗੀਰ ਨੇ ਕਿਹਾ ਸੀ ਮਹਾਰਾਜ ਇਹ ਸ਼ੇਰ ਮਾਰ ਦੇਗਾ ਸਾਨੂੰ, ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਉਸ ਸ਼ੇਰ ਦਾ ਕਤਲ ਕੀਤਾ, ਉਸ ਮਾਰਿਆ। ਉਸ ਸ਼ੇਰ ਨੂੰ ਬੜਾ ਖੂੰਖਾਰ ਸ਼ੇਰ ਸੀ। ਮਹਾਰਾਜ ਇੱਥੇ ਜਿਹੜਾ ਜੰਗਲ ਹੈ ਨਾ ਨੇੜੇ ਜੋਜੋ ਦਾ ਜੰਗਲ, ਉਹਦੇ 'ਚ ਇੱਕ ਬੜਾ ਸ਼ੇਰ ਰਹਿੰਦਾ ਵੱਡਾ ਜਿਹਦੇ ਤੋਂ ਬੜਾ ਖਤਰਾ ਹੈ। ਮਹਾਰਾਜ ਉਹ ਖੂੰਖਾਰ ਸ਼ੇਰ ਹੈ ਤੇ ਆਪ ਕਿਰਪਾ ਕਰਕੇ ਉਹਨੂੰ ਮਾਰੋ ਸ਼ੇਰ ਨੂੰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠੇ ਸਨ ਭਾਈ ਰੋਸ਼ਨ ਸਿੰਘ। ਬੇਨਤੀ ਕਰ ਰਿਹਾ ਜਿਨ੍ਹਾਂ ਆਪਣੇ ਗੁਰੂ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਤੇ ਵਡਿਆਈਆਂ ਤੱਕੀਆਂ ਹੁੰਦੀਆਂ ਨੇ ਸਿੱਖਾਂ ਨੇ, ਉਹ ਸਾਡੇ ਵਾਸਤੇ ਪੂਰਨੇ ਪਾ ਜਾਂਦੇ ਨੇ। ਭਾਈ ਰੋਸ਼ਨ ਸਿੰਘ ਕੋਲ ਬੈਠੇ ਸਨ ਤੇ ਗਲ ਵਿੱਚ ਪੱਲਾ ਪਾ ਕੇ ਭਾਈ ਰੋਸ਼ਨ ਸਿੰਘ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਿਆ ਤੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਜੀ ਜੇ ਤੁਸੀਂ ਮੈਨੂੰ ਆਗਿਆ ਦਿਓ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ ਮਹਾਰਾਜ, ਉਸ ਸ਼ੇਰ ਦਾ ਮੁਕਾਬਲਾ ਮੈਂ ਕਰ ਦਿਆਂਗਾ। ਵੇਖੋ ਗੁਰੂ ਤੇ ਭਰੋਸਾ ਹੀ ਸੀ ਨਾ। ਮਹਾਰਾਜ ਉਹ ਸ਼ੇਰ ਦਾ ਮੁਕਾਬਲਾ ਮੈਂ, ਪਰ ਆਪ ਨਹੀਂ ਮਹਾਰਾਜ, ਤੁਸੀਂ ਥਾਪੜਾ ਦੇ ਕੇ ਤੋਰੋ, ਤੁਸੀਂ ਆਪਣੀ ਰਹਿਮਤ ਦੇ ਕੇ ਤੋਰੋ, ਉਸ ਸ਼ੇਰ ਦਾ ਮੁਕਾਬਲਾ ਇਹ ਰੋਸ਼ਨ ਸਿੰਘ ਹੀ ਕਰ ਦੇਗਾ, ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਲੈ ਰੋਸ਼ਨ ਸਿੰਘਾ ਆ ਲੈ ਸ਼੍ਰੀ ਸਾਹਿਬ। ਤੇ ਭਾਈ ਰੋਸ਼ਨ ਸਿੰਘ ਨੂੰ ਵੇਖੋ ਕਿੰਨਾ ਗੁਰੂ ਤੇ ਭਰੋਸਾ, ਕਹਿੰਦਾ ਮਹਾਰਾਜ ਕਿਰਪਾ ਕਰੋ ਇਹ ਸ਼੍ਰੀ ਸਾਹਿਬ ਤੁਸੀਂ ਆਪਣੇ ਕੋਲ ਰੱਖ ਲਓ। ਮਹਾਰਾਜ ਜੇ ਮੈਂ ਸ਼੍ਰੀ ਸਾਹਿਬ ਲੈ ਕੇ ਗਿਆ ਤੇ ਬਹਾਦਰ ਸ਼ਾਹ ਦੇ ਮਨ ਵਿੱਚ ਕਿਤੇ ਇਹ ਨਾ ਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੀ ਸ਼੍ਰੀ ਸਾਹਿਬ ਜਿਹੜੀ ਦਿੱਤੀ ਹੈ, ਹੋ ਸਕਦਾ ਕੋਈ ਕਰਾਮਾਤ ਹੀ ਦੇ ਦਿੱਤੀ ਹੋਵੇ ਆਪਣੇ ਵੱਲੋਂ, ਗੁਰੂ ਸਾਹਿਬ ਨੇ ਆਪਣੀ ਕਰਾਮਾਤ ਕੋਈ ਗੁਰੂ ਸਾਹਿਬ ਨੇ ਇਸ ਤਲਵਾਰ ਰਾਹੀਂ ਵਿਖਾ ਦਿੱਤੀ ਹੋਵੇ। ਮਹਾਰਾਜ ਇਹ ਮੈਂ ਤੁਹਾਡੇ ਤੇ ਭਰੋਸਾ ਰੱਖ ਕੇ ਕਹਿੰਦਾ ਸ਼ੇਰ ਤਾਂ ਮਰ ਜਾਣਾ ਹੈ, ਪਰ ਮਹਾਰਾਜ ਇਹ ਸ਼੍ਰੀ ਸਾਹਿਬ ਵੀ ਤੁਸੀਂ ਆਪਣੇ ਕੋਲ ਰੱਖੋ। ਆਪਣੀ ਸ਼੍ਰੀ ਸਾਹਿਬ ਉਹ ਵੀ ਭਾਈ ਰੋਸ਼ਨ ਸਿੰਘ ਨੇ ਆਪਣੇ ਗਾਤਰੇ ਚੋਂ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਨਮੁਖ ਰੱਖ ਦਿੱਤੀ। ਮਹਾਰਾਜ ਆ ਵੀ ਸ਼੍ਰੀ ਸਾਹਿਬ ਤੁਸੀਂ ਰੱਖ ਲਓ। ਤੇ ਮਹਾਰਾਜ ਕਹਿੰਦੇ ਵੀ ਰੋਸ਼ਨ ਸਿੰਘਾ, ਕਹਿੰਦੇ ਨੇ ਉਹ ਜਿਹੜਾ ਸ਼ੇਰ ਹੈ ਬੜਾ ਉਹ ਖੂੰਖਾਰ ਹੈ, ਉਹਦਾ ਮੁਕਾਬਲਾ ਕਿਵੇਂ ਤੂੰ ਕਰੇਗਾ? ਕਹਿੰਦਾ ਮਹਾਰਾਜ ਕਿਰਪਾ ਕਰੋ। ਇੱਥੋਂ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਕੋਈ ਨਿੱਕਾ ਮੋਟਾ ਕੋਈ ਸੋਟਾ ਨਹੀਂ ਹੈ, ਕੋਈ ਡੰਡਾ ਕੋਈ ਛੋਟਾ ਮੋਟਾ ਹੈਗਾ ਇੱਥੇ ਪਿਆ? ਕਹਿਣ ਲੱਗੇ ਕਿ ਛੋਟਾ ਜਿਹਾ ਡੰਡਾ ਉੱਥੇ ਪਿਆ ਸੀ। ਤੇ ਭਾਈ ਰੋਸ਼ਨ ਸਿੰਘ ਨੇ ਉਸੇ ਨੂੰ ਹੀ ਫੜ ਕੇ ਕਹਿੰਦਾ ਮਹਾਰਾਜ ਬਸ ਤੁਹਾਡਾ ਆਸ਼ੀਰਵਾਦ ਚਾਹੀਦਾ, ਤੁਹਾਡੀ ਕਿਰਪਾ ਚਾਹੀਦੀ ਹੈ ਮਹਾਰਾਜ, ਸ਼ੇਰ ਨੇ ਮਰ ਜਾਣਾ ਹੈ। ਇੰਨਾ ਆਪਣੇ ਗੁਰੂ ਤੇ ਭਰੋਸਾ ਸੀ ਭਾਈ ਰੋਸ਼ਨ ਸਿੰਘ ਨੂੰ। ਕਹਿੰਦੇ ਉਹ ਗਿਆ ਸੋਟਾ ਲੈ ਕੇ ਤੇ ਭਾਈ ਰੋਸ਼ਨ ਸਿੰਘ ਜੀ ਸ਼ਾਮ ਨੂੰ ਜਦੋਂ ਆਏ ਆਪਣੇ ਲੱਕ ਦੇ ਨਾਲ ਕਿਤੇ ਹੱਡੀਆਂ ਬੰਨੀਆਂ ਨੇ, ਕਿਤੇ ਉਹਦੀ ਸਿਰੀ ਬੰਨੀ ਹੈ, ਕਿਤੇ ਉਹਦੀ ਖੱਲ ਬੰਨੀ ਹੈ, ਸਾਰੀ ਇਕੱਠੀ ਕਰਕੇ ਨਾ ਸ਼ੇਰ ਨੂੰ, ਤੇ ਭਾਈ ਰੋਸ਼ਨ ਸਿੰਘ ਲਿਆ ਕੇ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਸ਼ੇਰ ਦੇ ਜਿਹੜੇ ਟੁਕੜੇ ਸਨ ਭਾਵ ਕੇ ਖਿਲਾਰਿਆ ਹੋਇਆ ਸ਼ੇਰ, ਉਹਦੀਆਂ ਲੱਤਾਂ ਬਾਹਾਂ ਅੱਡ ਕੀਤੀਆਂ ਹੋਈਆਂ, ਲਿਆ ਕੇ ਉਹ ਗਰੜੀ ਬਣ ਕੇ ਜਿਹੜੀ ਲਿਆਂਦੀ ਸੀ ਭਾਈ ਰੋਸ਼ਨ ਸਿੰਘ ਨੇ ਲਿਆ ਕੇ ਬਹਾਦਰ ਸ਼ਾਹ ਦੇ ਉੱਥੇ ਦਰਬਾਰ ਵਿੱਚ ਸੁੱਟ ਦਿੱਤਾ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਵੀ ਕਮਾਲ ਹੋ ਗਈ ਹੈ, ਨਾ ਇਸ ਬੰਦੇ ਦੇ ਕੋਲੇ ਕੋਈ ਹਥਿਆਰ, ਕੋਈ ਉਸ ਨੂੰ ਮਾਰਨ ਵਾਲਾ ਇੱਕ ਸੋਟਾ ਹੀ ਲੈ ਕੇ ਗਿਆ। ਬਹਾਦਰ ਸ਼ਾਹ ਇੰਨਾ ਪ੍ਰਭਾਵਿਤ ਹੋਇਆ, ਉਹਨੇ ਆਪਣੇ ਗਲ ਦੇ ਵਿੱਚੋਂ ਕੈਂਠਾ ਲਾਇਆ, ਬੜਾ ਕੀਮਤੀ ਕੈਂਠਾ ਸੀ, ਆਪਣੇ ਗਲ ਵਿੱਚੋਂ ਲਾ ਕੇ ਬਹਾਦਰ ਸ਼ਾਹ ਨੇ ਕਹਿਣ ਲੱਗਾ ਭਾਈ ਗੁਰੂ ਕਿਆ ਸਿੱਖਾ ਮੇਰੇ ਨੇੜੇ ਹੋ, ਮੈਂ ਤੈਨੂੰ ਆਪਣਾ ਕੈਂਠਾ ਲਾ ਕੇ ਦੇਣਾ ਚਾਹੁੰਦਾ। ਵੇਖੋ ਗੁਰੂ ਦੇ ਸਿੱਖਾਂ ਦਾ ਜੀਵਨ। ਭਾਈ ਰੋਸ਼ਨ ਸਿੰਘ ਕਹਿਣ ਲੱਗੇ ਬਹਾਦਰ ਸ਼ਾਹ ਮੈਨੂੰ ਤੇਰਾ ਇਹ ਕੈਂਠਾ ਨਹੀਂ ਚਾਹੀਦਾ, ਮੈਂ ਤੇਰਾ ਕੈਂਠਾ ਨਹੀਂ ਲੈਣਾ। ਇਸ ਕਰਕੇ ਨਹੀਂ ਲੈਣਾ ਕਿਉਂਕਿ ਮੈਨੂੰ ਰਹਿਮਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਾਹੀਦੀ ਹੈ। ਇਹ ਸ਼ੇਰ ਦੀ ਕੀ ਤਾਕਤ ਸੀ, ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹੋ ਜਿਹੇ ਤਾਂ ਇੱਕ ਕੀ ਕਈ ਸ਼ੇਰਾਂ ਨੂੰ ਕੱਲਾ ਸਿੱਖ ਹੀ ਮਾਰ ਸਕਦਾ ਹੈ। ਇਹ ਰਹਿਮਤ ਸਾਡੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਰਹਿਮਤ ਲੈਣਾ ਚਾਹੁੰਦਾ। ਮੈਂ ਤੇਰੀ ਬਾਦਸ਼ਾਹ ਦੀ ਕੋਈ ਮੈਨੂੰ ਇੱਥੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਵੇਖੋ ਸਿੱਖ ਦਾ ਜੀਵਨ ਕਿੱਦਾਂ ਦਾ ਹੈ। ਤੇ ਜਦੋਂ ਅੱਜ ਵਰਗੇ ਸਿੱਖਾਂ ਵਾਲੇ ਵੇਹਨੇ ਆ ਤੇ ਕਿਸੇ ਨੂੰ ਹੋਟਲਾਂ ਦਾ ਲਾਲਚ ਦੇ ਦਿੱਤਾ ਵੀ ਤੂੰ ਛੱਡ ਸਿੱਖੀ ਨੂੰ, ਪਰਾਂ ਕੀ ਲੈਣਾ ਹੈ, ਬੈਠ ਕੇ ਸਾਡੇ ਮੁਤਾਬਕ ਫੈਸਲੇ ਕਰ। ਕਿਸੇ ਨੂੰ ਕੋਈ ਲਾਲਚ, ਕਿਸੇ ਨੂੰ ਕੋਈ ਲਾਲਚ ਦੇ ਕੇ ਇੰਨੀਆਂ ਜ਼ਮੀਰਾਂ ਮਾਰ ਲਈਆਂ ਅੱਜ ਦੀਆਂ ਸਿੱਖਾਂ ਨੇ ਕਿ ਉਹਨਾਂ ਦਾ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ, ਪਰ ਜੋ ਇਸ ਵੇਲੇ ਧਰਮ ਦੇ ਜਿਹੜੇ ਠੇਕੇਦਾਰ ਬਣੇ ਬੈਠੇ ਨੇ ਉਹਨਾਂ ਦੀ ਜ਼ਮੀਰ ਤਾਂ ਇੰਨੀ ਮਰ ਚੁੱਕੀ ਹੈ ਕਿ ਸੱਚ ਨਾ ਸੁਣ ਸਕਦੇ ਨੇ ਨਾ ਬੋਲ ਸਕਦੇ ਨੇ। ਜੇ ਕੋਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੋਈ ਢਾਡੀ ਗੁਰਮੁਖ ਪਿਆਰਾ ਸੱਚ ਦੀ ਆਵਾਜ਼ ਬੁਲੰਦ ਵੀ ਕਰਦਾ ਹੈ ਤੇ ਇਹਨਾਂ ਝੂਠਿਆਂ ਲੋਕਾਂ ਨੂੰ ਸੱਚ ਦੀ ਆਵਾਜ਼ ਵੀ ਨਹੀਂ ਚੰਗੀ ਲੱਗਦੀ, ਉਹਦੀ ਆਵਾਜ਼ ਨੂੰ ਵੀ ਦਬਾਉਣਾ ਚਾਹੁੰਦੇ ਹੈ। ਜਦੋਂ ਕੌਮ ਦੇ ਅੰਦਰ ਇਹੋ ਜਿਹੇ ਲੋਕ ਜਿਹੜੇ ਬੇਗੈਰਤ ਨੇ, ਜਿਨ੍ਹਾਂ ਦੀ ਅਣਖ ਮਾਰੀ ਗਈ ਹੈ, ਜਿਹੜੇ ਕੇਵਲ ਤੇ ਕੇਵਲ ਇੱਕ ਬੰਦੇ ਦੇ ਹੀ
खुश करने वास्ते लगे हुए ने। तुसीं अंदाज़ा ला के देखो कि सिੱਖੀ ਦੀ ਚੜ੍ਹਦੀ ਕਲਾ ਦੀ ਆਪਾਂ ਕਿਹੜੇ ਬੰਨੇ ਤੋਂ ਵੇਖਦੇ ਪਏ ਆ। हाँ ठीक है, सानू घबराउण की लोड़ नहीं है। आप शब्द पढ़ लें कि प्रगटिओ खालसा परमात्मा की मौज भी, ये कोई शक वाली गल नहीं। असीं घबराउंदे नहीं, ना ढैंदी कला की गल ही करते भी पता नहीं की हो जाना है। पर हाँ सुचेत तो रहना चाहिए है ना। सिखां नूं इह तां सोचना चाहिए ना भी उन्हां गुरसिखां दा जीवन ते अज वाले जिहड़े अपने आप नूं धर्म दे ठेकेदार बनाई बैठे ने, उन्हां दा जीवन कित्थे फर्क, किन्ना फर्क है पै गया, किन्नी गिरावट आ चुकी है। किते इस अकाल तख्त साहब दे पर सचमुच ही अकाली फूला सिंह वर्गा योधा सूरबीर अज गुरु हरगोबिंद सच्चे पातशाह महाराज जी तुसीं रहमत करके समय की कोई ये ला चढ़ा आउंदे रहिंदे है। ये सदा इस तरह दिन नहीं रहने, आखिरकार तां तब्दीली हो जानी है। कोई अकाली फूला सिंह वर्गा महान सूरबीर योधा आवे ते जिहड़ा मौके दे हाकमां नूं उत्थे तलब करके कहे कि तुसीं जिन्ना सिੱਖੀ ਦਾ घाण कीता ते जिन्ना कर रहे हो ਇਹਦਾ ਹਿਸਾਬ ਤੁਹਾਨੂੰ ਸਾਰਾ ਤਾਂ ਦੇਣਾ ਪਏਗਾ। ਪਰ ਇਹ ਕਹਿ ਕੌਣ ਸਕਦਾ ਹੈ? ਜਿਹਨੂੰ ਆਪਣੇ ਗੁਰੂ ਤੇ ਪੂਰਨ ਭਰੋਸਾ ਹੋਵੇ, ਜਿਹਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਹੋਵੇ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਬੈਠਾ ਹਾਂ, ਭਈ ਇਸ ਤਖਤ ਤੇ ਬੈਠ ਕੇ ਮੈਂ ਝੂਠ ਦਾ ਆਸਰਾ ਨਹੀਂ ਲੈ ਸਕਦਾ, ਮੈਂ ਕਿਸੇ ਰਾਜਨੀਤਿਕ ਬੰਦੇ ਦੇ ਦਬਾਅ ਫੈਸਲਾ ਨਹੀਂ ਲੈ ਸਕਦਾ। ਮੈਂ ਤਾਂ ਜੋ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਆਪਣੇ ਪੂਰੇ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆਂ ਮੈਂ ਆਪਣੇ ਗੁਰੂ ਦੇ ਜਿਹੜੇ ਅਸੂਲ ਨੇ ਉਹਨਾਂ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ। ਮੈਂ ਅਸੂਲਾਂ ਉੱਤੇ ਚੱਲ ਕੇ ਜਿਹੜਾ ਪਹਿਰਾ ਦਿਆਂਗਾ, ਭਾਵੇਂ ਉਹ ਰਵੇ ਤੇ ਚਾਹੇ ਨਾ ਰਵੇ, ਗੱਲ ਵੱਖਰੀ ਹੈ। ਖੈਰ ਸਾਨੂੰ ਇਤਿਹਾਸ ਵਿੱਚੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਜੋ ਸਾਨੂੰ ਇਤਿਹਾਸ ਸਿਖਾ ਰਿਹਾ। ਆਓ ਫਿਰ ਉਸੇ ਗੁਰਬਾਣੀ ਦੀ ਪੰਕਤੀ ਤੇ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਮੈਂ ਜਿਹੜੀ ਬੇਨਤੀ ਕੀਤੀ, ਭਾਈ ਰੋਸ਼ਨ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਦੀਆਂ ਰਹਿਮਤਾਂ ਲਈਆਂ। ਕਿੰਨੀ ਕੁ ਗੁਰੂ ਉੱਤੇ ਭਾਈ ਰੋਸ਼ਨ ਸਿੰਘ ਨੂੰ ਆਪਣੇ ਗੁਰੂ ਉੱਤੇ ਕਿੰਨਾ ਭਰੋਸਾ, ਕਿੰਨਾ ਕੁ ਵਿਸ਼ਵਾਸ ਸੀ कि एक सोटा लैके तुर पिया तो शेर का मुकाबला करके आ गया। धन गुरु गोबिंद सिंह महाराज जी ने बड़ियां असीसां दित्तियां भाई रोशन सिंह जी नूं। सतगुरु गुरु नानक देव महाराज जी की आसा की वार की मैं 18वीं पौड़ी तुहाडे नाल सांझी कर रहा। सतगुरु कहते सतगुर वड्डा करसा लाहीआ है जिस विच वड्डियां वडियाइयां, इस करके सुनाउणा गुरु नूं ਉਹਦੇ ਵਿੱਚ ਵਡਿਆਈਆਂ ਹੀ ਵਡਿਆਈਆਂ ਨੇ, ਉਹਦੇ ਵਿੱਚ ਗੁਣ ਹੀ ਗੁਣ ਨੇ, ਨਕਾ ਨਕ ਭਰਪੂਰ ਨੇ ਸਾਡੇ ਗੁਰੂ ਦੇ ਵਿੱਚ ਗੁਣ। ਤੇ ਮੇਰੇ ਸਾਹਿਬ ਜੀ ਕਹਿੰਦੇ ਜੇ ਕੋਈ ਜਿੱਥੇ ਪੂਰੇ ਸਤਿਗੁਰੂ ਦੀ ਗੱਲ ਹੈ ਅਧੂਰੇ ਵੀ ਬਹੁਤ ਤੁਰ ਪੈਂਦੇ ਐ। ਇੱਥੇ 22 ਮੰਜੀਆਂ ਲਾ ਕੇ ਬੈਠ ਗਏ ਸਨ, ਅਸੀਂ ਰੀਸ ਕਰ ਲਾਂਗੇ ਪੂਰੇ ਗੁਰੂ ਦੀ, ਪਰ ਨਹੀਂ ਕਰ ਸਕੇ। ਮੱਖਣ ਸ਼ਾਹ ਨੇ ਪੂਰੇ ਸਤਿਗੁਰੂ ਨੂੰ ਪ੍ਰਗਟ ਕੀਤਾ ਤੇ ਜਿਹੜੇ ਝੂਠੇ ਸੀ ਉਹਨਾਂ ਦੀਆਂ ਗੱਦੀਆਂ ਬੰਦ ਹੋ ਗਈਆਂ, ਨਹੀਂ ਰਹੀਆਂ ਉਹਨਾਂ ਦੀਆਂ ਗੱਦੀਆਂ। कुछ समय वास्ते तो लगता सी जिवें ये अधूरे शायद अपना बोल बाला कर जाएंगे, जिवें अज भी लगता है, पर नहीं गुरमुखो अधूरा तो सदा अधूरा ही रहिंदा है। उन्हां लोकां दा अपना जीवन गुरु ग्रंथ साहिब दी बाणी दे विच बड़े प्यारे शब्द मिले लिखे ने। साहिब जी कहते ने कि सतगुर की बाणी सत स्वरूप है, गुरबाणी बणी है सतगुर की रिस है। बई जिथे पूरे गुरु की असीं वडियाई करते उत्थे लोग अधूरे भी बहुत तुरे फिरदे ने, वो अधूरे ही अपने गुरु नूं पूरा कह कह के जिहड़ा है उहदी वडियाई लोकां विच करदे ने। पर साहिब कहंदे नहीं, उन्हां दा जिक्र करदिआं साहिब जी ने कहा, कहण लगे कि सतगुर की बाणी सत स्वरूप है, गुरबाणी बणी है सतगुर की रीस है। कच पिच बोल दे से कूड़ियार कूड़े झड़ पड़ी है, उन्हां अंदर होर मुख होर है। बेख माया नूं चख मारदे कड़ी, उन्हां दे अंदर कुछ होर है, उन्हां दे बाहर कुछ होर है। तो साडे सामने आ गया जे कोई इत्थे नूर मेलिया गुरु बनिया बैठा सी, फ्रीजर विच पिया पता नहीं कि कितना समा उन्हें हो गया है, मरिया जिंदा की है। इस तरह जिहड़ा झूठे सौदे वाला है वो किस तरह जाके फिल्मां दे विच फिल्मी एक्टर बनिया बैठा है। इहदा मतलब ये अधूरे गुरुआं दा पाज उगड़ ही जाता है। तब जानोगे जब उगरै गो पाज, उकड़ गया जैसे खोटा ढबुआ नदर सराफा आया। ये भी खोट जिहड़ी है उगड़ जाती है। भाई साहब भाई गुरदास जी की एक पौड़ी कह के फिर मैं समाप्ति वाले बन्ने नूं वधा। उन्ने चिर तक जथा भी पहुँचने वाला। मैं भाई साहब की एक पौड़ी तुहाडे नाल होर सांझी करके फिर समाप्ति वाले पासे नूं आवांगा। उस पौड़ी दे जिहड़े 4 पंक्तियां बाकी ने उहदे अर्थ करांगे। भाई साहब भाई गुरदास जी ने बड़े प्यारे शब्द कहे, क्योंकि जिथे पूरे की गल चली है उहदे नाल नाल ये भी समझना जरूरी है कि अधूरा जिहड़ा पक्ष है वो भी जानना बड़ा जरूरी हुंदा कि वो अधूरियां दे विच की अवगुण ने ते किहड़े गुण पेश करते हैं। पर उन्हां दे गुण कदे वास्ते भी प्रगट हो नहीं सकते, क्योंकि उन्हां दे अंदर अवगण ही ने ते अवगण ही प्रगट हो जाते। भाई साहब भाई गुरदास जी ने एक पौड़ी अधूरियां दे संबंध विच उचारी है ते भाई गुरदास जी कहते कोई भुलेखा ना खा जाए, क्योंकि जिथे पूरे सतगुरु की वडियाई उत्थे अधूरियां तो सचेत रहना। भाई साहब जी की एक पौड़ी है बड़ी प्यारी। भाई साहब उत्थे उदाहरण देंदे ने एक सिंबल दे रुख दी।
भाई साहब कहते सिंबल का रुख जिहदियां जड़ां जमीन विच पताल विच हुंदियां ने, उहदी चोटी आसमान वाले बन्ने नूं हुंदी है। वो बड़ा अपने आप का विस्तार करता। सिंबल का रुख उच्चा हुंदा है, लम्मा हुंदा है, मोटा हुंदा है, फल लगे हुंदे है, फुੱਲ भी लगे हुंदे है, वेखण च बड़ा सोहना हुंदा है। ते भाई गुरदास कहंदे ने उस सोहणे नूं वेख के, ਉਹਦੇ फुੱल चंगे वेख के, फल चंगे वेख के तोता पंछी बेचारा आ जाता भुलेखा खा के, भुलेखे का शिकार होया, वो आके दरख्त उत्ते बैठ जाता है। तो भाई साहब जी कहते जदों आके उस तोते ने उस फल विच अपनी चुंझ मारी, मिलिया कुछ भी ना। गल एक दरख्त की नहीं, गल मनुखा की कीती। एक बने अधूरा गुरु कह दिता, सिमल रुख की गल की, ते तोते उन्होंने कह दिता जेड़े भोले भाले लोग उन्होंने ये समझ के चले गए कि उन्हों का इकट्ठ बड़ा वड्डा है। उसदे बनाए हुए जेड़े लोगों के विच फोके कर्मकांड जां फोकी करामात जिन्हों सिर्फ तो सिर्फ एक स्टंट रचते हैं, लोगों को भुलेखा लग जाता भी शायद कोई करामात हो रही है। भाई साहब कहते कई बार भोले भाले लोग उस जिमें तोता चलिया गया सिंबल के रुख ते भुलेखा खा के, भोले भाले लोग भी अधूरे कोले चले कर, मिलिया कुछ भी ना। मिलिया कि जिमें तोते नूं निराशता मिली, इस तरह उन्होंने लोगों के पल्ले भी निराशता ही पई। भाई साहब जी के बचन ने कहते उच्चा लम्मा झंटला विच बाग दसंदा, मोटा मुढ़ पताल जड़ बहु गर्भ करंदा, पत सपत्र सोने विस्तार बनंदा। भाई साहब जी कहते फल फिके फुल बक बके हुए अफल फलंदा, सावा तोता चूह चूहा तिस देख भुलंदा। कहते तोता बेचारा देख गया ते भुलेखे का शिकार हो के आ गया। भाई साहब जी कहते पिछों दे पछताए दा वो फल ना लुहंदा। भाई साहब जी कहते उन्हें उस तोते नूं कुछ भी प्राप्त ना होया, क्योंकि वो आया तो निराशता पल्ले पई। इस तरह उन्होंने लोगों के पल्ले भी निराशता पैंदी है जेड़े अधूरियां दे मगर लग जाते हैं। तो जो अधूरियां बारे पता लगता है भी ये तो एडा वड्डा बलात्कारी है, इन्हें तो एडे जेड़े इन्हें कतल किए हुए ने, इन्हें लोगों को निपुंसक बना के रख दिता है। जो लोगों को पता चलता है वो कहते भी असी किनू गुरु बना के बैठ गए, असी किदे मगर लग गए। जेड़ा आप ही इन्ने केसां दे विच उलझिया पिया है, वो किसी के बंधन की कट सकता है। तो सतगुरु गरीब नवाज पातशाह महाराज जी बाणी अंदर अधूरियां की गल भी की है, काचे गुरते मुक्त न हुआ। तो आप सिर्फ गल करते हैं, ज़्यादातर मैं अज का परिक्रम पूरे गुरु की वडियाई तो समर्थ की वडियाई लिया, अधूरियां का ज़्यादा मैं विषय नहीं छोया। सतगुरु नानक देव महाराज जी कहते हैं सतगुर वड्डा करसा लाई है, जिस विच वड्डियां वडियाइयां शह मेले तां नदरी आईयां। भी पूरे सतगुरु दियां वडियाइयां तो जरूर सिख सुन लेगा, पर परमात्मा कृपा करे, शह मैंने परमात्मा परमेश्वर वो प्रभु परमात्मा कृपा करे तां पूरे गुरु की वडियाई सानू दिसदी है। शह मेले तां नदरी आईयां, जात सुभाना तां मन वसाइयां। जदों परमात्मा की रजा हो जाए, परमात्मा की कृपा हो जाए, गुरु खुश हो जाए, तो मन वसाइयां का मतलब इत्थे बनता है। फिर गुरु की करता अपने सिख दे अंदर वो गुण भर दिंदा है, निर्वैरता वाले, निर्भयता वाले, निर्भव वाले, सच दे, संतोख दे, दया दे, धर्म दे, परोपकार दे। ये फिर चंगे गुण की करता गुरु, जो कृपा दृष्टि करता फिर सिख के अंदर चंगे गुण भर दिंदा है। साहब जी कहते जात सुभाना ता मन वसाइयां, कार हुक्म मस्तक हाथ धर। जो गुरु मस्तक ते हाथ रख दिंदा है, फिर की हुंदा विचों मार कढ़ियां बुराइयां। भट्ट साहबाना ने कहा सचमुच ही ऐसा हो जाता है। समर्थ गुरु सिर हाथ धरियो, गुर कीनी कृपा नाम दियो, जिस देख चिरन आगन हरियो। आगन का मतलब हुंदा पाप। भट्ट साहबान कहते भी सचमुच ही समर्थ गुरु सिर ते हथ रख देवे ते सारे अंदर दे पाप खत्म हो जाते हैं। भट्ट साहबाना ने जिथे गुरु की वडियाई की, उत्थे सतगुरु नानक देव महाराज जी कृपा करते हैं कि जो मस्तक उत्ते हथ रखिया मेरे मालक ने, तो की किया विचों मार कढ़ियां बुराइयां। साहब जी के कोल जो आवांगे फिर अंदर तो भरिया पिया बुराइयां दे नाल ही। जो गुरु चरना चाहुंदे हैं, अरदास करते हैं कि मालका जेता समुंद सागर नीर भरिया, तेते औगण हमारे, दया करो किश मेर पावो डुबदे पत्थर तारे। जो गुरु कोले आउने उदों ये कहने हैं कि कूप भरियो जैसे दादरा, कश देश विदेश न बूझ, ऐसे मेरा मन बिखिया बिमुहिया, कश आरा पार न सूझ। जो गुरु कोले आउने उदों कहने हैं दातार हम अवगुण भरे एक गुण नाही, अमृत छाड़ बिखै बिख खाही, माया मोह भरम पै भूले, सुत दारा स्यों प्रीत लगाई, एक उत्तम पंथ सुनियो, गुर संगत तह मिलंत जाम,
ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਫਿਰ ਇਹ ਜਦੋਂ ਅਰਦਾਸ ਆ ਕੇ ਗੁਰੂ ਚਰਨਾਂ 'ਚ ਕਰਦੇ ਆ ਤੇ ਮੇਰੇ ਸਾਹਿਬ ਜੀ ਕਹਿੰਦੇ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸ਼ਹਿ ਤੁਠੈ ਨੌ ਨਿਧ ਪਾਈਆਂ। ਵੀ ਜਦੋਂ ਸਤਿਗੁਰੂ ਤੁਰਠ ਕੇ ਬਖਸ਼ਿਸ਼ ਕਰਦਾ ਆਪਣੇ ਸਿੱਖ ਦੇ ਉੱਤੇ, 9 ਨਿਧ ਦਾ ਮਤਲਬ ਹੈ ਸਾਰੇ ਖਜ਼ਾਨੇ, ਸਾਰੀਆਂ ਰਹਿਮਤਾਂ ਉਦੋਂ ਸਿੱਖ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਦਾਸ ਦੇ ਕਥਾ ਤੋਂ ਪਹਿਲਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਨੇ ਕੁਝ ਬੇਨਤੀਆਂ ਕੀਤੀਆਂ ਸਨ। ਮੇਰੇ ਪ੍ਰਕਰਨ ਦੇ ਮੁਤਾਬਕ ਮੇਰੇ ਸਾਹਮਣੇ ਉਹ ਬੇਨਤੀ ਆ ਗਈ। ਉਹ ਬੇਨਤੀ ਕਰ ਰਹੇ ਸਨ ਕੁਝ ਕੈਂਪ ਦੇ ਬਾਰੇ ਕਿ ਸਰਬ ਰੋਗ ਦਾ ਔਖਦ ਨਾਮ ਸ਼ਾਇਦ ਇਸ ਦੇ ਅਧੀਨ ਕੈਂਪ ਦਾ ਜਿਹੜਾ ਉਹਨਾਂ ਨੇ ਕਿਹਾ ਇੱਥੇ ਲੱਗਣਾ ਹੈ। ਮੇਰੇ ਮਨ ਵਿੱਚ ਉਦੋਂ ਆ ਰਿਹਾ ਸੀ ਮੇਰਾ ਪ੍ਰਕਰਨ ਵੀ ਅੱਜ ਪੂਰੇ ਸਤਿਗੁਰੂ ਦਾ ਹੀ ਹੈ। ਤੇ ਮੇਰੇ ਸਾਹਿਬ ਨੇ ਕਿਹਾ ਹਾਂ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਗੁਰਮੁਖੋ ਅਸੀਂ ਕਈ ਵਾਰ ਠੀਕ ਹੈ ਤਰਕ ਬਤਰਕ ਬਹੁਤ ਕਰਨ ਲੱਗ ਪੈਨੇ ਅਸੀਂ ਕਿ ਦੇਖੋ ਜੀ ਅਸੀਂ ਬਾਣੀ ਨੂੰ ਇਸ ਤਰ੍ਹਾਂ ਵਰਤਦੇ ਹਾਂ, ਪਰ ਗੁਰਬਾਣੀ 'ਚ ਜੋ ਕਿਹਾ ਗਿਆ ਉਹਦੇ ਤੋਂ ਤੇ ਮੁਨਕਰ ਨਹੀਂ ਨਾ ਹੋਇਆ ਜਾ ਸਕਦਾ। ਸਾਹਿਬ ਨੇ ਕਿਹਾ ਜੋ ਜੋ ਦੀਸੈ ਸੋ ਸੋ ਰੋਗੀ। ਇੱਥੇ ਕੋਈ ਵੀ ਰੋਗ ਤੋਂ ਬਿਨਾਂ ਨਹੀਂ ਹੈ, ਹਰ ਇਨਸਾਨ ਰੋਗੀ ਹੈ। ਹਾਂ, ਰੋਗ ਅਲੱਗ-ਅਲੱਗ ਹੋ ਸਕਦੇ ਨੇ, ਕਿਸੇ ਨੂੰ ਕੋਈ ਮਾਨਸਿਕ ਰੋਗੀ, ਕੋਈ ਸਰੀਰਕ ਰੋਗੀ, ਕਿਸੇ ਨੂੰ ਕਿਸੇ ਤਰ੍ਹਾਂ ਦਾ ਰੋਗ ਹੋ ਸਕਦਾ ਹੈ। ਪਰ ਸਮਾਜ ਸੰਸਾਰ ਅੰਦਰ ਸਾਹਿਬ ਜੀ ਕਹਿੰਦੇ ਝਾਤ ਮਾਰ ਕੇ ਦੇਖਦੇ ਆ ਤੇ ਸਾਰੇ ਰੋਗੀ ਨੇ, ਤੇ ਇਹਨਾਂ ਰੋਗੀਆਂ ਦਾ ਇਲਾਜ ਵੀ ਤਾਂ ਕੋਈ ਕਰਦਾ ਹੀ ਹੋਏਗਾ ਨਾ, ਜਿਹੜਾ ਆਪ ਰੋਗੀ ਨਹੀਂ। ਫਿਰ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਭਾਈ ਮੇਰਾ ਸਤਿਗੁਰੂ ਜਿਹੜਾ ਹੈ ਉਹ ਰੋਗ ਤੋਂ ਰਹਿਤ ਹੈ, ਤੇ ਜਿਹੜਾ ਰੋਗ ਤੋਂ ਰਹਿਤ ਹੋਵੇ ਉਹੀ ਕਿਸੇ ਨੂੰ ਅਰੋਗਤਾ ਦੇ ਸਕਦਾ ਹੈ। ਜਿਹੜਾ ਆਪ ਹੀ ਰੋਗੀ ਹੋਵੇ ਉਹ ਕਿਸੇ ਨੂੰ ਕੀ ਅਰੋਗਤਾ ਦੇਗਾ। ਜਦੋਂ ਗੁਰੂ ਕੀ ਬਾਣੀ ਨਾਲ ਜੁੜਦੇ ਆ ਅੰਦਰ ਬਲ ਮਿਲਦਾ ਹੈ, ਅੰਦਰ ਤਾਕਤ ਮਿਲਦੀ ਹੈ, ਅੰਦਰ ਸਮਰੱਥਾ ਮਿਲਦੀ ਹੈ। ਤੇ ਜੇ ਸਿੱਖ ਦੇ ਅੰਦਰ ਫਿਰ ਕੋਈ ਢਿੱਲ ਮੱਠ ਵੀ ਆਉਂਦੀ ਹੈ, ਕੋਈ ਰੋਗ ਵੀ ਆਉਂਦਾ ਹੈ, ਉਹ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ। ਗੁਰੂ ਇਹ ਸਮਰੱਥਾ ਦੇ ਦਿੰਦਾ ਹੈ, ਗੁਰੂ ਇਹ ਬਲ ਦੇ ਦਿੰਦਾ ਹੈ। ਉਹਦੇ ਅੰਦਰ ਫਿਰ ਹਾਏ ਹਾਏ ਨਹੀਂ ਨਿਕਲਦੀ, ਉਹ ਫਿਰ ਰੱਬ ਨੂੰ ਉਲਾਮੇ ਨਹੀਂ ਦਿੰਦਾ ਕਿ ਹੇ ਰੱਬ ਜੀ ਤੁਸੀਂ ਮੇਰੇ ਤੋਂ ਕੀ ਗੁਨਾਹ ਹੋ ਗਿਆ, ਮੈਨੂੰ ਰੱਬ ਨੇ ਆਹ ਕਿਉਂ ਕਰਤਾ। ਉਹ ਹਾਏ ਹਾਏ ਨਹੀਂ ਕਰਦਾ, ਉਹ ਰੱਬ ਨੂੰ ਦੋਸ਼ ਨਹੀਂ ਦਿੰਦਾ। ਜਦੋਂ ਉਹਦੇ ਅੰਦਰ ਗੁਰੂ ਦੀ ਕਿਰਪਾ ਦੇ ਨਾਲ ਰਜ਼ਾ ਤੇ ਭਾਣੇ ਦੀ ਸਮਝ ਆ ਜਾਂਦੀ ਹੈ, ਉਹ ਫਿਰ ਕਹਿੰਦਾ ਰੱਬ ਜੀ ਇਹ ਦੁੱਖ ਵੀ ਆਇਆ ਤੇ ਮੇਰੇ ਵਾਸਤੇ ਦਾਰੂ ਦੀ ਤਰ੍ਹਾਂ ਦਾਰੂ ਬਣ ਕੇ ਆਇਆ ਹੈ। ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਪ ਨਾ ਹੋਈ। ਉਹ ਫਿਰ ਗੁਰੂ ਦਾ ਜਿਹੜਾ ਨਾਮ ਹੈ ਉਹ ਵੀ ਦਾਰੂ ਬਣ ਕੇ ਲੱਗਦਾ। ਤੇ ਸਾਹਿਬ ਜੀ ਕਹਿੰਦੇ ਨੇ ਸਰਬ ਰੋਗ ਕਾ ਔਖਦ ਨਾਮ ਹੀ ਬਾਣੀ ਵਿੱਚ ਕਿਹਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ। ਫੰਦਾ ਸਾਹਿਬ ਜੀ ਕਹਿੰਦੇ ਨੇ ਫਿਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਜਮਾਂ ਦੀ ਫਾਹੀ ਹੈ ਉਹ ਕੱਟੀ ਜਾਂਦੀ ਹੈ। ਜਦੋਂ ਸਤਿਗੁਰੂ ਵੈਦ ਦੇ ਕੋਲੇ ਸਿੱਖ ਆਉਂਦਾ ਹੈ ਫਿਰ ਉਹ ਸਤਿਗੁਰੂ ਵੈਦ ਦਵਾਈ ਕਿਹੜੀ ਦਿੰਦਾ ਹੈ? ਨਾਮ ਦੀ ਦਵਾਈ ਦਿੰਦਾ ਹੈ। ਤਾਂ ਭਾਈ ਗੁਰਦਾਸ ਕਹਿੰਦੇ ਫਿਰ ਦਵਾਈ ਖਾ ਲਿਓ ਜੇ ਵੈਦ ਦੇ ਮੁਤਾਬਕ, ਜੇ ਉਹਦੇ ਮੁਤਾਬਕ ਖਾ ਲਓਗੇ ਤਾਂ ਰੋਗ ਚਲੇ ਜਾਣਗੇ। ਗੁਰੂ ਦੇ ਦੱਸੇ ਮੁਤਾਬਕ ਜੇ ਦਵਾਈ ਨੂੰ ਵਰਤਾਂਗੇ, ਗੁਰੂ ਦੱਸੇ ਮੁਤਾਬਕ ਦਵਾਈ ਨੂੰ ਖਾਵਾਂਗੇ, ਦਵਾਈ ਤੋਂ ਖਾਣ ਤੋਂ ਭਾਵ ਕੀ ਹੈ? ਗੁਰੂ ਦੇ ਬਚਨਾਂ ਦੀ ਕਮਾਈ ਕਰਨੀ। ਤੇ ਜਦੋਂ ਵੈਦ ਦਵਾਈ ਦਿੰਦਾ ਤੇ ਨਾਲ ਇੱਕ ਹੋਰ ਗੱਲ ਕਹਿੰਦਾ ਪਰਹੇਜ਼ ਰੱਖੀ, ਦਵਾਈ ਤੋਂ ਵੱਧ ਪਰਹੇਜ਼ ਰੱਖੀ ਤਾਂ ਤੇਰਾ ਇਲਾਜ ਹੋਣਾ ਹੈ। ਗੁਰੂ ਵੀ ਕਹਿੰਦਾ ਹੈ ਕਿ ਦਵਾਈ ਦੇ ਨਾਲ ਨਾਲ ਪਰਹੇਜ਼ ਰੱਖੀ। ਪਰਹੇਜ਼ ਕਿਧਰੋਂ ਰੱਖਣਾ ਹੈ? ਬੁਰਾਈਆਂ ਵਾਲੇ ਬੰਨੇ ਤੋਂ, ਬੁਰੇ ਪਾਸੇ ਵਾਲੇ ਬੰਨੇ ਤੋਂ ਇੱਧਰੋਂ ਪਰਹੇਜ਼ ਰੱਖੇਗਾ ਤੇ ਗੁਰੂ ਕਹਿੰਦਾ ਇਹ ਦਵਾਈ ਜ਼ਰੂਰ ਕੰਮ ਕਰੇਗੀ। ਪਰ ਜੇ ਤੂੰ ਦਵਾਈ ਵੀ ਖਾਈ ਗਿਆ ਤੇ ਪਰਹੇਜ਼ ਵੀ ਕੋਈ ਨਾ ਕੀਤਾ ਤੇ ਫਿਰ ਤੂੰ ਕਵੇਂ ਮੇਰਾ ਇਲਾਜ ਨਹੀਂ ਹੋਇਆ। ਫਿਰ ਸਾਹਿਬ ਜੀ ਕਹਿੰਦੇ ਕਬੀਰ ਸਤਿਗੁਰ ਕਿਆ ਕਰੇ। ਫਿਰ ਉੱਥੇ ਗੁਰੂ ਕੀ ਕਰ ਸਕਦਾ ਹੈ? ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲੱਗਈ ਜੋ ਬਾਂਸ ਬਜਾਈਏ। ਫੂਲ ਕਹਿਣ ਲੱਗੇ ਬਈ ਫਿਰ ਉੱਥੇ ਗੁਰੂ ਕੀ ਕਰੇਗਾ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਅਸੀਂ ਵੀ ਆਪਣੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਈ ਵਡਿਆਈਆਂ ਹੀ ਵਡਿਆਈਆਂ ਨੇ, ਗੁਣ ਹੀ ਗੁਣ ਨੇ ਸਾਰੇ ਗੁਰੂ ਵਿੱਚ। ਸਿੱਖ ਨੂੰ ਆਪਣੇ ਗੁਰੂ ਦੇ ਵਿੱਚ ਜਦੋਂ ਗੁਣ ਦਿਸਦੇ ਨੇ ਤੇ ਫਿਰ ਸਿੱਖ ਆਪਣੇ ਗੁਰੂ ਦੀ ਵਡਿਆਈ ਕਰਦਿਆਂ ਇਹ ਕਹਿੰਦਾ ਕਿ ਹੇ ਸਤਿਗੁਰੂ ਕਿਰਪਾ ਕਰੋ, ਮੈਨੂੰ ਤੁਹਾਡੇ ਤੇ ਪੂਰਨ ਭਰੋਸਾ ਵੱਧ ਜਾਵੇ। ਅੱਜ ਦਾ ਹੁਕਮਨਾਮਾ ਵੀ ਇਹੀ ਹੋਇਆ ਸੀ ਕਿ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ। ਦਾਤਾਰ ਮੇਰੀ ਜਿੰਦ ਡਰਦੀ ਹੈ ਕਿ ਇਹ ਸਾਗਰ ਦੁੱਖਾਂ ਦੇ ਤੋਂ ਕਿਵੇਂ ਤਰਿਆ ਜਾ ਸਕਦਾ ਹੈ। ਪਰ ਸਾਹਿਬ ਨੇ ਉਹਦੇ ਨਾਲ ਹੀ ਉੱਤਰ ਦੇ ਦਿੱਤਾ ਕਿ ਦੁਖ ਵਿਸਾਰਨ ਸੇਵਿਆ, ਦੁੱਖਾਂ ਨੂੰ ਵਿਸਾਰਨ ਵਾਲੇ ਨੂੰ ਯਾਦ ਕਰੋ, ਸਿਮਰੋ ਤੇ ਸਦਾ ਹੀ ਸਦਾ ਉਹ ਦਾਤਾਂ ਰਹਿਮਤਾਂ ਵਰਤਾਉਣ ਵਾਲਾ ਪਰਮਾਤਮਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਆਪ ਹੀ ਗੁਰਮਤਿ ਵਿਚਾਰਾਂ ਦੀ ਸਤਿਗੁਰਾਂ ਸੇਵਾ ਲਈ ਹੈ। ਸਤਿਗੁਰੂ ਦੀ ਵਡਿਆਈ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ।
ਭੁੱਲ ਚੁੱਕ ਦੀ ਖਿਮਾ, ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਸੋ ਕੱਲ੍ਹ ਤੋਂ ਗੁਰੂ ਘਰ ਵਿਖੇ ਜੋ ਢਾਡੀ ਜਥਾ ਪਹੁੰਚ ਰਿਹਾ ਹੈ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਢਾਡੀ ਜਥਾ ਆਵੇ ਫਿਰ ਆਪਣਾ ਵੀ ਕੁਝ ਫਰਜ਼ ਬਣਦਾ ਹੈ ਕਿ ਆਪਾਂ ਸਮਾਂ ਜ਼ਰੂਰ ਕੱਢਣਾ ਹੈ। ਉਹਨਾਂ ਨੇ ਆਪ ਜੀ ਨੂੰ ਗੁਰੂ ਕਾ ਇਤਿਹਾਸ ਸੁਣਾਇਆ ਕਰਨਾ ਹੈ ਤੇ ਸੰਗਤਾਂ ਦੇ ਵਾਸਤੇ ਬੇਨਤੀ ਹੈ ਵੀ ਸਮੇਂ 'ਚੋਂ ਸਮਾਂ ਜ਼ਰੂਰ ਕੱਢਿਓ। ਜੇ ਢਾਡੀ ਜਥੇ 4 ਜਣੇ ਘੱਟੋ ਘੱਟ ਹੁੰਦੇ ਹੈ ਤੇ ਜੇ ਸੁਣਨ ਵਾਲੇ 2 ਬੈਠੇ ਹੋਣ ਫਿਰ ਉਹ ਜਿਹੜਾ ਗੱਲ ਬਣਦੀ ਨਹੀਂ। ਆਪਣਾ ਫਰਜ਼ ਬਣਦਾ ਹੈ ਜ਼ਰੂਰ ਸਮੇਂ 'ਚੋਂ ਸਮਾਂ ਕੱਢ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਆਇਆ ਕਰਨਾ ਹੈ ਤਾਂ ਕਿ ਗੁਰੂ ਕਾ ਇਤਿਹਾਸ ਸਰਵਣ ਕਰਿਆ ਕਰਨ। ਦਾਸ ਦੀ ਉਹਨਾਂ ਕੁ ਚਿਰ ਸੇਵਾ ਹੁੰਦੀ ਹੈ ਜਿੰਨਾ ਚਿਰ ਕੋਈ ਬੁਲਾਰਾ ਬਾਹਰੋਂ ਨਹੀਂ ਆਉਂਦਾ। ਜਦੋਂ ਕੋਈ ਬੁਲਾਰਾ ਆ ਜਾਂਦਾ ਹੈ ਫਿਰ ਦਾਸ ਦੀ ਆਪਣੀ ਜਿਹੜੀ ਡਿਊਟੀ ਹੈ ਮਾਲਕ ਦੀ ਕਿਰਪਾ ਨਾਲ ਮੈਂ ਉਹ ਕਰਨੀ ਹੁੰਦੀ ਹੈ। ਜਿੰਨਾ ਚਿਰ ਕੋਈ ਨਹੀਂ ਆਉਂਦਾ ਉਹਨਾਂ ਚਿਰ ਜੋ ਪ੍ਰਬੰਧਕ ਕਮੇਟੀ ਦਾ ਹੁਕਮ ਹੁੰਦਾ ਹੈ ਉਹਦੇ ਮੁਤਾਬਕ ਆਪ ਸੰਗਤਾਂ ਦੀ ਸੇਵਾ ਕਰਨੀ ਹੁੰਦੀ ਹੈ। ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀ ਮੈਨੇਜਮੈਂਟ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪ ਜੀ ਨੇ ਕਿਰਪਾ ਕੀਤੀ। ਇੰਨੇ ਦਿਨ ਆਪ ਜੀ ਦੀ ਸ਼ਬਦ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਤੇ ਸਾਧ ਸੰਗਤ ਬਖਸ਼ਣਯੋਗ ਹੈ। ਗੁਰੂ ਚਰਨਾਂ 'ਚ ਅਰਦਾਸ ਕਰੋ ਮਾਲਕ ਮਤ ਬੁੱਧ ਬਖਸ਼ਿਸ਼ ਕਰਕੇ ਸੇਵਾ ਲੈਂਦੇ ਰਹਿਣ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ